लगातार तुहाडे वल्लों भी गिरफ्तारियां दित्तियां जा रही हैं और किसान जथेबंदियां भी लगातार लगियां हुई हैं। तुहानूं की लगदा है कि सरकार की नीयत की है? सरकार की नीयत बहुत माड़ी है, बहुत जाबर है, हिटलरशाही है। जो मोदी हुकूमत कहूगी उही नीति वो कहूगा, उही सुप्रीम कोर्ट कहेगी और दुख की गल है कि उही इलैक्शन कमिशन भी कहूगा। ਤਾਂ ਜਿਹੜੇ 3 ਕਾਲੇ ਕਾਨੂੰਨ ਨਾ यूपी ਦੇ ਕਿਸਾਨ ਨੇ, ਨਾ ਬਿਹਾਰ ਦੇ, ਨਾ ਪੰਜਾਬ ਦੇ ਮੰਗੇ ਹੀ ਨਹੀਂ ਸੀ। ਜਿਹੜੀ ਚੀਜ਼ ਮੰਗੀ ਨਹੀਂ ਉਹ ਸਾਨੂੰ ਦੇਤੀ 3 ਕਾਲੇ ਕਾਨੂੰਨ। ਅਸੀਂ ਤਾਂ ਮੰਗਿਆ ਸੀ ਡਾਕਟਰ ਸਵਾਮੀਨਾਥਨ ਕਮਿਸ਼ਨ, ਕਹਿੰਦੇ ਖੁੱਲੀ ਮੰਡੀ ਕਰ ਦੂੰ ਜਿੱਥੇ ਮਰਜ਼ੀ ਵੇਚੋ। ਮੋਦੀ ਝੂਠ ਬੋਲਦਾ, ਖੁੱਲੀ ਤਾਂ ਪਹਿਲਾਂ ਹੀ ਆ, ਪਹਿਲਾਂ ਕਿਸਾਨ ਜਿੱਥੇ ਮਰਜ਼ੀ ਵੇਚ ਸਕਦਾ। ਉਹ ਕਹਿੰਦਾ ਐਮਐਸਪੀ ਤਾਂ ਪਹਿਲਾਂ ਹੀ ਹੈਗੀ ਆ, ਪਰ ਇਹਦੀ ਐਮਐਸਪੀ ਦਾ ਜਨਾਜ਼ਾ ਨਿਕਲਿਆ ਪਿਆ। ਝੋਨੇ ਦਾ ਰੇਟ 1868 ਆ, ਵਿਕ ਰਿਹਾ 900 ਨੂੰ यूपी 'ਚ। ਜਿਹੜਾ ਨਾਰੰਗ ਹੈ ਉਹ ਬੀਜੇਪੀ ਦਾ ਹਬੋਰ ਤੋਂ ਐਮਐਲਏ ਆ। ਵੋਟਾਂ ਪੰਜਾਬ ਦੀਆਂ ਲਈਆਂ, ਕਿਸਾਨਾਂ ਦੀਆਂ ਲਈਆਂ, ਕਿਸਾਨੀ ਸੋਚ ਦੀਆਂ ਲਈਆਂ। ਕਿਸਾਨੀ ਦੀਆਂ ਵੋਟਾਂ ਲੈ ਕੇ ਬੋਲਦਾ ਬੀਜੇਪੀ ਆਰਐਸਐਸ ਤੇ ਕਿਸਾਨ ਵਿਰੁੱਧ, ਤੇ ਫਿਰ ਕਹਿੰਦੇ ਆ ਜੀ ਵਿਰੋਧ ਕਰਤਾ। ਕਹਿੰਦੇ ਕਿਸੇ ਨੂੰ ਹਾਰਡ ਲਾਈਨ ਕਹਿੰਦੇ, ਕਿਸੇ ਨੂੰ ਖਾਲਤਕਾਨੀ ਕਹਿੰਦੇ ਆ, ਕਿਸੇ ਨੂੰ ਕੁਛ ਕਹਿੰਦੇ ਆ। ਫਿਰ ਕਹਿੰਦੇ ਜੀ ਸਾਡਾ ਉਹਨੂੰ ਘੇਰ ਲਿਆ। ਬਾਈ ਜੀ ਮੈਂ ਤਾਂ ਕਹਿਣਾ ਹਜੇ ਤੁਸੀਂ ਇਹਨੇ ਘੇਰ ਲਿਆ। ਮੈਂ ਪੂਰੇ ਕਿਸਾਨ ਜਥੇਬੰਦੀਆਂ ਨੂੰ ਕਹਿਣਾ, ਜਿਹੜਾ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਗਲੀ ਦੇ ਪ੍ਰਧਾਨ, ਐਮਸੀ ਜਿੰਨੇ ਐਮਪੀ ਨੂੰ ਸਾਰੇ ਨੂੰ ਘੇਰੋ, ਘੇਰ ਕੇ ਉਹਨੂੰ ਪੂਰਾ ਸਬਕ ਸਿਖਾਓ, ਕਾਲੀਆਂ ਝੰਡੀਆਂ ਵਿਖਾਓ। ਇਹ ਕਹਿੰਦੇ ਜੀ ਉਹਨੂੰ ਨੰਗਾ ਕਰਦਾ, ਨੰਗਾ ਨਹੀਂ ਕੀਤਾ ਗਿਆ। ਕਿੱਥੇ ਨੰਗਾ ਕੀਤਾ? ਉਹ ਜਦੋਂ ਖਿੱਚੋ ਤੈਨੂੰ ਉਹਦੇ ਨਾ ਲਾਸਟਿਕ ਜੀ ਪਾਈ ਸੀ, ਕਿਤੇ ਉਹ ਪਜਾਮਾ ਜਿਹਾ ਲੈ ਗਿਆ ਯਾਰ। ਐ ਨਹੀਂ ਐ ਕੋਈ ਨਹੀਂ ਕੀਤਾ। ਜਿਵੇਂ ਇੱਥੇ ਬੀਜੇਪੀ ਵਾਲਿਆਂ ਨੂੰ ਨੰਗਾ ਕੀਤਾ ਗਿਆ ਹੈ, ਉਹੀ ਤਰੀਕਾ ਸੀ ਜੇ ਥੋੜਾ ਜਿਹਾ ਹੋਰ ਲੋਕਾਂ ਦੇ ਨੇੜੇ ਹੋ ਜਾਂਦਾ ਮੋਦੀ ਬੰਗਲਾਦੇਸ਼ 'ਚ, ਉਹ ਇਹਨੂੰ ਨੰਗਾ ਕਰ ਦਿੰਦੇ। ਕਿਤੇ ਮੈਂ ਹੋਰ ਬੀਜੇਪੀ ਵਾਲਿਆਂ ਨੂੰ ਕਹਿਣਾ ਭਾਈ ਤੁਸੀਂ ਲਾਸਟਿਕ ਸਾਰੇ ਲਾ ਕੇ ਨਾ ਚੰਗੇ ਬਟਨ ਲਾ ਕੇ ਰੱਖਿਆ ਕਰੋ। ਸਾਰੇ ਬੀਜੇਪੀ ਵਾਲਿਆਂ ਨੂੰ ਕਹਿਣਾ ਮੈਂ, ਕਿਉਂਕਿ ਵਿਰੋਧ ਤਾਂ ਹੋਣਾ। ਤੁਸੀਂ ਸਾਡਾ ਵਿਰੋਧ ਕਰਦੇ, ਅਸੀਂ ਤੁਹਾਡਾ ਵਿਰੋਧ ਕਰਾਂਗੇ। ਜੇ ਫੇਰ ਕਿਸੇ ਨੂੰ ਭਾਈ ਤੁਹਾਡਾ ਲਾਸਟਿਕ ਖਿੱਚਿਆ ਗਿਆ, ਫਿਰ ਤੁਸੀਂ ਕਿਤੇ ਨੰਗੇ, ਤੁਸੀਂ ਉਹਨੂੰ ਜਾਣ ਕੇ ਕੀਤੇ। ਇਸ ਕਰਕੇ ਦਰਜੀਆਂ ਨੂੰ ਵੀ ਮੈਂ ਕਹਿਣਾ ਵੀ ਚੱਜ ਨਾ ਕਰੇ ਬੀਜੇਪੀ ਵਾਲਿਆਂ ਦਾ ਇਹ ਪ੍ਰਬੰਧ ਕਰਨ, ਤੇ ਇਹ ਚੰਗੇ ਨਾਲੇ ਪਾ ਕੇ ਰੱਖਿਆ ਕਰਨ। ਕਿ ਮੈਂ ਕਹਾਂ ਵੀ ਮੈਂ ਉੱਥੇ ਵੀ ਜਿਵੇਂ ਚੰਨ ਤੇ ਨੀਲ ਆਰਮਸਟਰੋਂਗ ਗਿਆ ਸੀ 1967 ਦੇ ਵਿੱਚ, ਤਾਂ ਕਈ ਲੋਕ ਲਿਖਦੇ ਨੇ, ਮੈਂ ਵੀ ਇਹ ਕਹਿਣਾ ਕਿ ਮੋਦੀ ਅਗਲੇ ਵਾਰੀ ਇਹ ਨਾ ਕਹਿ ਦੇਵੇ ਵੀ ਮੇਰੀ ਚਾਹ ਦੀ ਦੁਕਾਨ ਉੱਥੇ ਪਹਿਲਾਂ ਸੀ, ਵੀ ਚੰਨ ਤੇ ਪਹਿਲਾਂ ਚਲਾ ਗਿਆ ਸੀ। ਕਿਸਾਨ ਇਕੱਠੇ ਕਰਤੇ, ਜਥੇਬੰਦੀ ਨੇ ਕਹੇ ਤੇ ਜੇ ਉਹ ਕਿਸਾਨ ਉੱਥੇ ਹੀ ਬੈਠੇ ਰਹਿੰਦੇ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ, ਤੇ ਜਾਂ ਤੇ ਪਿੱਛੇ ਮੁੜ ਆਉਂਦੇ, ਦੁਨੀਆ 'ਚ ਕਹਿਣਾ ਸੀ ਇਹਨਾਂ ਦੇ ਪੱਲੇ ਕੀ ਆ। ਸਾਡੇ ਸਿੱਖ ਤੇ ਕਿਸਾਨ ਲਾਲ ਕਿਲੇ ਤੇ ਗਏ, ਮੈਂ ਪਹਿਲਾਂ ਗਾ ਸਭ ਤੋਂ। ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿੱਥੇ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਥੇ ਹੀ ਹਮਖਿਆਲੀ ਜਥੇਬੰਦੀਆਂ ਜਿਹੜੀਆਂ ਹੈਗੀਆਂ ਪੋਲੀਟੀਕਲ ਪਾਰਟੀਆਂ, ਉਹਨਾਂ ਦੇ ਵੱਲੋਂ ਵੀ ਲਗਾਤਾਰ ਸਮਰਥਨ ਦਿੱਤਾ ਜਾ ਰਿਹਾ ਹੈ। ਇਸੇ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਜਿਹੜਾ ਕਿਸਾਨ ਵਿੰਗ ਹੈ ਉਹਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਜੱਥੇ ਜਾ ਰਹੇ ਨੇ ਗ੍ਰਿਫਤਾਰੀਆਂ ਦੇ ਲਈ, ਔਰ ਅੱਜ ਵੀ 6ਵਾਂ ਜੱਥਾ ਜਾ ਰਿਹਾ ਦੀਨਾ ਕਾਂਗੜ ਦੀ ਧਰਤੀ ਤੋਂ ਗ੍ਰਿਫਤਾਰੀ ਦੇਣ ਦੇ ਲਈ ਇਹਨਾਂ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ। ਸਾਡੇ ਨਾਲ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਪਹਿਲਾਂ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸਭ ਤੋਂ ਪਹਿਲਾਂ ਜਿਹੜਾ ਵੈਬ ਟੀਵੀ ਹੈ, ਪਰ ਜਸਵੀਰ ਸਿੰਘ, ਪੂਰੀ ਟੀਮ, ਤੇ ਜਸਪਾਲ ਸਿੰਘ ਹੇਰਾ, ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਲਗਾਤਾਰ ਤੁਹਾਡੇ ਵੱਲੋਂ ਵੀ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਔਰ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਲੱਗੀਆਂ ਹੋਈਆਂ। ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਕੀ ਹੈ? ਸਰਕਾਰ ਦੀ ਨੀਤ ਬਹੁਤ ਮਾੜੀ ਹੈ, ਬਹੁਤ ਜਾਬਰ ਹੈ, ਹਿਟਲਰਸ਼ਾਹੀ ਹੈ। ਜੇ ਉਹਦੀ ਨੀਤ ਚੰਗੀ ਹੁੰਦੀ ਤਾਂ ਜਿਹੜੇ 3 ਕਾਲੇ ਕਾਨੂੰਨ ਨਾ यूपी ਦੇ ਕਿਸਾਨ ਨੇ, ਨਾ ਬਿਹਾਰ ਦੇ, ਨਾ ਪੰਜਾਬ ਦੇ ਮੰਗੇ ਹੀ ਨਹੀਂ ਸੀ। ਜਿਹੜੀ ਚੀਜ਼ ਮੰਗੀ ਨਹੀਂ ਉਹ ਸਾਨੂੰ ਦੇਤੀ 3 ਕਾਲੇ ਕਾਨੂੰਨ। ਅਸੀਂ ਤਾਂ ਮੰਗਿਆ ਸੀ ਡਾਕਟਰ ਸਵਾਮੀਨਾਥਨ ਕਮਿਸ਼ਨ। ਇਹਦੇ ਨਾਲ ਡਾਕਟਰ ਸਵਾਮੀਨਾਥਨ ਕਮਿਸ਼ਨ ਦਾ ਆਰਥਿਕ ਤੌਰ ਤੇ ਕਤਲ ਕਰ ਦਿੱਤਾ, ਤੇ ਕਿਸਾਨ, ਮਜ਼ਦੂਰ ਤੇ ਛੋਟੇ ਆੜ੍ਹਤੀਏ ਨੂੰ ਬਿਲਕੁਲ ਉਹਦਾ ਕਚੂੰਬਰ ਕੱਢ ਕੇ ਰੱਖ ਦਿੱਤਾ। ਸਰਕਾਰ ਦੀ ਨੀਤ ਬਹੁਤ ਮਾੜੀ ਹੈ, ਤੇ ਨੀਤ ਸਾਰੇ ਕਿਸਾਨਾਂ ਦੀ ਸਾਫ਼ ਹੈ। ਜਿਹੜੀ ਸਾਫ਼ ਨੀਤ ਦਾ ਤੇ ਮਾੜੀ ਨੀਤ ਦਾ ਜਦੋਂ ਮੁਕਾਬਲਾ ਹੋਵੇ, ਜਿੱਤ ਦਾ ਤਾਂ ਸਾਫ਼ ਨੀਤ ਵਾਲਾ ਹੀ ਹੁੰਦਾ ਹੈ। ਜਿੱਤਾਂਗੇ ਜ਼ਰੂਰ। ਮੋਦੀ ਸਰਕਾਰ ਪੂਰੇ ਵਰਲਡ ਦੇ ਵਿੱਚ ਇੱਕ ਝੂਠ ਬੋਲ ਰਿਹਾ ਕਿ ਇਹ ਜਿਹੜੀ ਖੁੱਲੀ ਮੰਡੀ ਹੈ ਇਹਦੇ ਲਈ ਬੜਾ ਨਜ਼ਾਰਾ ਹੈ। ਕਹਿੰਦੇ ਖੁੱਲੀ ਮੰਡੀ ਕਰ ਦੂੰ ਜਿੱਥੇ ਮਰਜ਼ੀ ਵੇਚੋ। ਮੋਦੀ ਝੂਠ ਬੋਲਦਾ, ਖੁੱਲੀ ਤਾਂ ਪਹਿਲਾਂ ਹੀ ਆ, ਪਹਿਲਾਂ ਕਿਸਾਨ ਜਿੱਥੇ ਮਰਜ਼ੀ ਵੇਚ ਸਕਦਾ। ਉਹ ਕਹਿੰਦਾ ਐਮਐਸਪੀ ਤਾਂ ਪਹਿਲਾਂ ਹੀ ਹੈਗੀ ਆ, ਪਰ ਇਹਦੀ ਐਮਐਸਪੀ ਦਾ ਜਨਾਜ਼ਾ ਨਿਕਲਿਆ ਪਿਆ। ਝੋਨੇ ਦਾ ਰੇਟ 1868 ਆ, ਵਿਕ ਰਿਹਾ 900 ਨੂੰ यूपी 'ਚ, ਤੇ ਨਰਮੇ ਦਾ ਰੇਟ 5515 ਵਿਕ ਰਿਹਾ, ਕਿਸੇ 3800, ਕਿਸੇ 4500 ਦਾ ਜਨਾਜ਼ਾ ਨਿਕਲਿਆ ਪਿਆ।
ਆਪਣੇ ਉੜਦ ਦਾ ਰੇਟ 7800 ਰੁਪਿਆ ਤੇ ਵਿਕ ਰਿਹਾ 3800 ਰੁਪਿਆ। ਮੋਦੀ ਜਵਾਬ ਦੇਵੇ ਕਿਉਂ ਵਿਕ ਰਿਹਾ। ਮੱਕੀ ਦਾ ਰੇਟ 1439 ਹੈ, ਪੰਜਾਬ 'ਚ 800, ਬਿਹਾਰ 600, ਯੂਪੀ 'ਚ 700। ਇਹਦਾ ਜਨਾਜ਼ਾ ਨਿਕਲਿਆ ਪਿਆ। ਬਾਜਰੇ ਦੇ ਰੇਟ 2150 ਤੇ ਵਿਕ ਰਿਹਾ 1150। ਦੂਜੇ ਪਾਸੇ ਕਹਿੰਦਾ ਮੈਂ ਕੰਟਰੈਕਟ ਫਾਰਮਿੰਗ। ਕੰਟਰੈਕਟ ਫਾਰਮ ਕੀ ਹੈ? ਹੂ ਇਜ਼ ਕੰਟਰੈਕਟ ਫਾਰਮਿੰਗ? ਇਹ ਕੀ ਚੀਜ਼ ਆ, ਕੀ ਬੁਲਾਇਆ ਕਿ ਮੈਂ ਤੁਹਾਡੀ ਜ਼ਮੀਨ ਠੇਕੇ ਤੇ ਦੇਣੀ ਹੈ। ਕਿਹਦੇ ਨਾਲ ਕੋਲੈਬੋਰੇਸ਼ਨ ਤੁਸੀਂ ਕਰੋਗੇ? ਹੁਣ ਤੁਸੀਂ ਦੱਸੋ, ਅੱਜ ਤੱਕ ਕਿਸਾਨ ਨੇ ਕਿਹਾ ਸੱਪਾਂ ਦੀਆਂ ਸਿਰੀਆਂ ਸੀ ਮੱਧੀਆਂ। ਸਾਡੀਆਂ ਬੀਬੀਆਂ ਨੇ ਰੋਟੀ ਭੱਤਾ ਲੈ ਕੇ ਜਾਂਦੇ ਰਹੀਆਂ, ਬਾਰਡਰਾਂ ਤੇ ਗਈਆਂ, ਕਸ਼ਮੀਰ 'ਚ ਗਈਆਂ, ਜਿੱਥੇ ਜਿੱਥੇ ਅਸੀਂ ਗਏ। ਮੋਦੀ ਨੇ 60,000 ਸਿੱਖ ਕਿਸਾਨਾਂ ਦਾ ਜਾੜਾ ਕਰਤਾ। ਉਹ ਕਹਿੰਦਾ ਕੰਟਰੈਕਟ ਫਾਰਮ, ਤੁਸੀਂ ਜ਼ਮੀਨ ਠੇਕੇ ਤੇ ਦੇਣੀ ਹੈ। ਇਹਦਾ ਮਤਲਬ ਅਦਾਨੀ ਅਬਾਨੀ ਨੂੰ ਤੁਹਾਡੀ ਜ਼ਮੀਨਾਂ 'ਚ ਲਾਉਣਾ। ਇਹ ਜ਼ਮੀਨ ਤੁਹਾਡੀ ਠੇਕੇ ਲੈ ਕੇ ਤੁਹਾਨੂੰ ਘੁਸਿਆਰਾ ਬਣਾਊਗਾ। ਜਿਵੇਂ ਮੇਰੇ ਪਿੰਡ ਦਾ ਕਾਨ ਸਿੰਘਲਾ 2700 ਕਿੱਲਾ ਹੈ, ਐਵਰੇਜ ਰੇਟ 50,000 ਹੈ ਤੇ 13.5 ਕਰੋੜ ਰੁਪਏ ਦਾ ਠੇਕਾ ਬਣੂਗਾ। ਅਦਾਨੀ ਮੰਨ ਲਓ, ਅਦਾਨੀ ਜਾਂ ਅਬਾਨੀ ਚੁੱਕ ਲੈ ਲੂਗਾ। ਮੈਨੂੰ ਮੈਨੇਜਰ, ਮੈਂ ਪੜ੍ਹਿਆ, ਮੇਰੀ ਮਾਂ ਨੂੰ ਨੌਕਰ ਰੱਖੂ, ਮੇਰੇ ਸਾਰਿਆਂ ਨੂੰ ਨੌਕਰ ਰੱਖੂ। ਆਹ ਬੇਜ਼ਮੀਨਾਂ ਜ਼ਮੀਨ ਦਾ ਮਾਲਕ ਬਣ ਜੂਗਾ। 13.5 ਕਰੋੜ ਰੁਪਏ ਲੈ ਕੇ ਭੱਜ ਗਿਆ, ਜਿਵੇਂ ਨੀਰਜ ਮੋਦੀ ਭੱਜ ਗਿਆ, ਡਾਲਮੀਆਂ ਭੱਜ ਗਿਆ ਤੇ ਦੂਸਰੇ ਭੱਜ ਗਏ ਆ 에ਅਰ ਗੋ ਵਾਲੇ। ਤੇ ਫਿਰ ਕੀ ਕਰੂਗਾ? ਇਸ ਕਰਕੇ ਦੂਜੇ ਪਾਸੇ ਮਜ਼ਦੂਰ ਦਾ ਵੀ ਕਚੂੰਬਰ ਕੱਢਤਾ। ਸਾਡੇ ਕੋਲੇ ਜਦੋਂ ਕਣਕ ਮਜ਼ਦੂਰ ਦੇ ਕਿਸਾਨ ਦੇ ਘਰੇ ਸਾਥੋਂ ਤਾਂ 19 ਰੁਪਏ ਲੈ ਲਈ, ਮਜ਼ਦੂਰ ਨੂੰ ਵੇਚੀ 30 ਰੁਪਏ। ਸਾਡੇ ਘਰੇ ਮੱਕੀ ਹੋਈ, ਸਾਥੋਂ 8 ਰੁਪਏ ਲੈ ਲਈ, ਮਜ਼ਦੂਰ ਨੂੰ ਦਿੱਤੀ 80 ਰੁਪਏ। ਸਾਡੇ ਘਰੇ ਜਦੋਂ ਗੰਢੇ ਹੋ ਗਏ, ਗੰਢੇ ਸਾਥੋਂ 10 ਰੁਪਏ ਲੈ ਲਏ, ਮਜ਼ਦੂਰ ਨੂੰ 180 ਦਿੱਤੇ। ਸਾਡੇ ਘਰੇ ਆਲੂ ਹੋ ਗਏ ਤੇ 5 ਰੁਪਏ ਲੈ ਲਏ, ਮਜ਼ਦੂਰ ਨੂੰ 35 ਰੁਪਏ ਦਿੱਤੇ। ਸਾਡੇ ਘਰੇ ਟਮਾਟਰ 3 ਰੁਪਏ ਹੋਏ ਤੇ ਉਹਨਾਂ ਨੇ 45 ਲੈ ਲਏ। ਇਹ ਸਾਰਾ ਕਚੂੰਬਰ ਕੱਢਤਾ। ਛੋਟੇ ਦੁਕਾਨ ਦਾ ਕੀ? ਈਜ਼ੀ ਡੇ ਖੋਲ੍ਹਤਾ, ਮੋਲ ਖੋਲ੍ਹਤਾ, ਆਧਾਰ ਖੋਲ੍ਹਤਾ, ਬਿੱਗ ਬਾਜ਼ਾਰ ਬੋਲ ਖੋਲ੍ਹਤਾ। ਇਹ ਸਾਰੇ ਮੈਟਰੋ ਖੋਲ੍ਹ ਕੇ ਛੋਟਾ ਦੁਕਾਨਦਾਰ ਵੀ ਠੋਕ ਦਿੱਤਾ। ਇਸ ਕਰਕੇ ਦੂਜੇ ਪਾਸੇ ਜਦੋਂ ਕਿਸਾਨਾਂ ਦੀਆਂ 12 ਵਾਰੀ ਮੀਟਿੰਗਾਂ ਨਾ ਗੱਲ ਸੁਣੀ ਤੇ ਫਿਰ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਚੱਲਾਂਗੇ। ਉੱਥੇ ਜਾ ਕੇ ਜੇ ਲੱਖ ਕਿਸਾਨ ਇਕੱਠੇ ਕਰਤੇ, ਜਥੇਬੰਦੀਆਂ ਨੇ ਕਹੇ ਤੇ ਜੇ ਉਹ ਕਿਸਾਨ ਉੱਥੇ ਹੀ ਬੈਠੇ ਰਹਿੰਦੇ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਤੇ ਜਾਂ ਇੱਥੇ ਪਿੱਛੇ ਮੁੜ ਆਉਂਦੇ, ਦੁਨੀਆ 'ਚ ਕਹਿਣਾ ਸੀ ਇਹਨਾਂ ਦੇ ਪੱਲੇ ਕੀ ਆ। ਸਾਡੇ ਸਿੱਖ ਤੇ ਕਿਸਾਨ ਲਾਲ ਕਿਲ੍ਹੇ ਤੇ ਗਏ, ਮੈਂ ਪਹਿਲਾਂ ਗਿਆ ਸਭ ਤੋਂ। ਅਸੀਂ ਉੱਥੇ ਗਏ, ਲਾਲ ਕਿਲ੍ਹੇ ਝੰਡਾ ਜਿਹੜਾ ਤਾਂ ਫਿਰ ਕੀ ਹੋ ਗਿਆ? ਝੰਡਾ ਤਾਂ ਗੁਰੂ ਦਾ ਖਾਲਸੇ ਦਾ ਝੰਡਾ। ਇਸ ਕਰਕੇ ਮਾਨ ਸਾਹਿਬ ਨੇ ਕਿਹਾ ਜਿੰਨਾ ਚਿਰ ਇਹਨੂੰ ਰਿਹਾਅ ਨਹੀਂ ਕਰਦੇ ਉਹਨਾਂ ਚਿਰ ਗ੍ਰਿਫਤਾਰੀਆਂ ਦਾ ਸਿਲਸਿਲਾ ਹੈ। ਅਸੀਂ ਗ੍ਰਿਫਤਾਰੀਆਂ ਦਾ ਪਹਿਲਾ ਅਕਾਲ ਤਖਤ ਸਾਹਿਬ ਤੋਂ, ਦੂਜਾ ਜਥਾ ਸਾਡਾ ਦਮਦਮਾ ਸਾਹਿਬ ਤੋਂ, ਤੀਜਾ ਜਥਾ ਅਨੰਦਪੁਰ ਸਾਹਿਬ ਤੋਂ, ਚੌਥਾ ਜਥਾ ਫਤਿਹਗੜ੍ਹ ਸਾਹਿਬ ਤੋਂ, ਪੰਜਵਾਂ ਜਥਾ ਪਟਿਆਲਾ ਤੋਂ, ਦੁਗਨਮਾਰ ਤੋਂ ਤੇ ਛੇਵਾਂ ਜਥਾ ਹਰਦੇਵ ਸਿੰਘ ਜੀ ਪੱਪੂ ਕਲਿਆਣ ਇਹਨਾਂ ਦੀ ਅਗਵਾਈ ਦੇ ਵਿੱਚ ਜਾ ਰਿਹਾ। ਸਰਦਾਰ ਗੁਰਵਿੰਦਰ ਸਿੰਘ ਜੀ, ਸੁਰਿੰਦਰ ਸਿੰਘ ਜੀ ਮੂਲੋਵਾਲ ਸਾਹਿਬ, ਸਰਦਾਰ ਨਰਿੰਦਰ ਸਿੰਘ ਜੀ ਕਾਲਾਬੂਲਾ, ਸਾਧੂ ਸਿੰਘ ਜੀ ਪੇਦਨੀ, ਅੰਮ੍ਰਿਤਸਰ ਬਾਦਸ਼ਾਹਪੁਰ ਇਹ ਜਾ ਰਿਹਾ। ਇਹ ਅੱਜ ਜਾਊਗਾ। ਜਾ ਕੇ ਸਵਾਗਤ ਬੜੇ ਥਾਂ ਤੇ ਹੋਇਆ, ਭਦੌੜ ਸਵਾਗਤ ਹੋਇਆ, ਸੈਣੇ ਸਵਾਗਤ ਹੋਇਆ, ਇੱਥੇ ਹੋਇਆ। ਅੱਗੇ ਵੀ ਇਹ ਜਥਾ ਜਾ ਕੇ ਜਾਊਗਾ ਨਾ ਰਕਾਬਗੰਜ, ਉੱਥੇ ਹੁਕਮਨਾਮਾ ਲਊਗਾ, ਉੱਥੇ ਪਾਰਲੀਮੈਂਟ ਜਾ ਕੇ ਗੁਰਫਦਾਰੀ ਦੇ ਕੇ ਇਹ ਮੋਦੀ ਦੇ ਹਿੱਕ 'ਚ ਕਿੱਲ ਠੋਕੂਗਾ। ਅਸੀਂ ਜਿੱਤਾਂਗੇ ਜ਼ਰੂਰ, ਲਗਾਤਾਰ ਲੜਾਈ ਲੜਾਂਗੇ। ਕੀ ਲੱਗਦਾ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਵੀ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਔਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਬੀਤੇ ਦਿਨੀ ਭਾਰਤ ਬੰਦ ਦਾ ਜਿਹੜਾ ਕਾਲ ਦਿੱਤੀ ਗਈ ਸੀ, ਤੇ ਪਰ ਜਿਹੜਾ ਸਰਕਾਰ ਹੈ, ਸਰਕਾਰ ਦੀ ਕਿਤੇ ਨਾ ਕਿਤੇ ਨੀਅਤ ਇਸ ਤਰ੍ਹਾਂ ਦੀ ਹੈ ਕਿ ਹੁਣ ਵੀ ਜਿਵੇਂ ਆਪਾਂ ਦੇਖਿਆ ਕਿ ਮਲੋਟ ਦੇ ਵਿੱਚ ਇੱਕ ਭਾਜਪਾ ਆਗੂ ਦੀ ਕੁੱਟਮਾਰ ਹੋਈ ਹੈ, ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਜਿਹੜੇ ਉਹਦੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਆ। ਸਾਡੇ ਜੱਸੀ ਜੀ ਤੇ ਜੱਗੀ ਜੀ, ਜਿਹੜਾ ਹਰਜੀਤ ਹੈ, ਹਰਜੀਤ ਬੀਜੇਪੀ ਦਾ ਹੈ, ਰਾਜਪੁਰੇ ਤੋਂ ਐਮਐਲਏ ਲੜਿਆ, ਉਹ ਬੰਦੇ ਨੇ ਕਿਸਾਨਾਂ ਦੇ ਵਿਰੁੱਧ ਬੋਲਿਆ, ਟੀਵੀ ਤੇ ਡਿਬੇਟ ਕੀਤੀ, ਮੋਦੀ ਦਾ ਪੱਖ ਪੂਰਦਾ ਰਿਹਾ, ਝੂਠ ਬੋਲਦਾ ਰਿਹਾ ਤੇ ਸਾਡੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸਾਰੇ ਬੰਦਿਆਂ ਨੇ ਜਦੋਂ ਉਹਨੂੰ ਘੇਰ ਲਿਆ ਤੇ ਉਹਦੇ ਤੇ ਪਰਚਾ ਦਰਜ ਕਰਤਾ। ਕੈਪਟਨ ਸਰਕਾਰ ਵੀ ਰਲੀ ਪਈ ਆ। ਦੂਜੇ ਪਾਸੇ ਜਦੋਂ ਸਾਡੇ ਕਿਸਾਨ 26 ਤੋਂ ਆ ਕੇ ਬੀਜੇਪੀ ਆਰਐਸਐਸ ਵਾਲਿਆਂ ਨੇ ਹਮਲਾ ਕਰਤਾ ਸਿੰਘੂ ਬਾਰਡਰ ਤੇ, ਸਾਡੇ ਨਿਹੰਗ ਸਿੰਘਾਂ ਨੇ ਉਹਨੂੰ ਰੋਕਿਆ, ਬਾਬਾ ਰਾਜਾ ਰਾਜ ਸਿੰਘ ਅਸੀਂ ਰੋਕਿਆ, ਠੱਲ ਪਾਈ ਤੇ ਫਿਰ ਉਦੋਂ ਬੀਜੇਪੀ ਨਹੀਂ ਬੋਲਿਆ। ਉਦੋਂ ਬਾਅਦ ਅਸੀਂ ਸਾਰੇ ਬੀਜੇਪੀ ਦੇ ਪ੍ਰਧਾਨ ਪ੍ਰਧੂਨ ਸਾਰੇ ਇਹ ਕਿਸਾਨਾਂ ਦੇ ਉਲਟ ਬੋਲਿਆ। ਜਿਹੜਾ ਨਾਰੰਗ ਹੈ ਉਹ ਬੀਜੇਪੀ ਦਾ ਹਬੋਰ ਤੋਂ ਐਮਐਲਏ ਆ। ਵੋਟਾਂ ਪੰਜਾਬ ਦੀਆਂ ਲਈਆਂ, ਕਿਸਾਨਾਂ ਦੀਆਂ ਲਈਆਂ, ਕਿਸਾਨੀ ਸੋਚ ਦੀਆਂ ਲਈਆਂ, ਕਿਸਾਨੀ ਦੀਆਂ ਵੋਟਾਂ ਲੈ ਕੇ ਬੋਲਦਾ ਬੀਜੇਪੀ ਆਰਐਸਐਸ ਤੇ ਕਿਸਾਨ ਵਿਰੁੱਧ। ਤੇ ਫਿਰ ਕਹਿੰਦੇ ਆ ਜੀ ਵਿਰੋਧ ਕਰਤਾ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਇਹ ਵਿਰੋਧ ਕਰਦੇ ਆ, ਸਿਮਰਜੀਤ ਸਿੰਘ ਮਾਨ ਦਾ ਪੁਤਲਾ ਸਾੜਦੇ ਆ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਨੇ ਲੱਡੂ ਵੰਡੇ, ਕੁੱਤਾ ਸਿੱਟਿਆ, ਉਦੋਂ ਬੀਜੇਪੀ ਵਾਲੇ ਉਦੋਂ ਨਹੀਂ ਸੀ ਪਤਾ ਲੱਗਦਾ ਵੀ ਅਸੀਂ ਕੀ ਕਰਨਾ, ਸਾਡੇ ਤੇ ਵੀ ਆਊਗੀ। ਹੁਣ ਜੇ ਸਾਡੇ ਕਿਸਾਨਾਂ ਨੂੰ ਕਹਿੰਦੇ, ਕਿਸੇ ਨੂੰ ਹਾਰਡ ਲਾਈਨ ਕਹਿੰਦੇ, ਕਿਸੇ ਨੂੰ ਖਾਲਤਕਾਨੀ ਕਹਿੰਦੇ ਆ, ਕਿਸੇ ਨੂੰ ਕੁਛ ਕਹਿੰਦੇ ਆ, ਫਿਰ ਕਹਿੰਦੇ ਜੀ ਸਾਡਾ ਉਹਨੂੰ ਘੇਰ ਲਿਆ। ਬਾਈ ਜੀ ਮੈਂ ਤਾਂ ਕਹਿਣਾ ਹਜੇ ਤੁਸੀਂ ਇਹਨਾਂ ਘੇਰ ਲਿਆ, ਮੈਂ ਪੂਰੇ ਕਿਸਾਨ ਜਥੇਬੰਦੀਆਂ ਨੂੰ ਕਹਿਣਾ, ਜਿਹੜਾ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਗਲੀ ਦੇ ਪ੍ਰਧਾਨ, ਐਮਸੀ ਜਿੰਨੇ ਐਮਪੀ ਨੂੰ ਸਾਰੇ ਨੂੰ ਘੇਰੋ, ਘੇਰ ਕੇ ਉਹਨੂੰ ਪੂਰਾ ਸਬਕ ਸਿਖਾਓ, ਕਾਲੀਆਂ ਝੰਡੀਆਂ ਵਿਖਾਓ। ਇਹ ਕਹਿੰਦੇ ਜੀ ਉਹਨੂੰ ਨੰਗਾ ਕਰਦਾ, ਨੰਗਾ ਨਹੀਂ ਕੀਤਾ ਗਾ, ਕਿੱਥੇ ਨੰਗਾ ਕੀਤਾ? ਉਹ ਜਦੋਂ ਖਿੱਚੋ ਤੈਨੂੰ ਉਹਦੇ ਨਾ ਲਾਸਟਿਕ ਜੀ ਪਾਈ ਸੀ ਕਿਤੇ, ਉਹ ਪਜਾਮਾ ਜਿਹਾ ਲੈ ਗਿਆ ਯਾਰ, ਐ ਨਹੀਂ ਐ ਕੋਈ ਨਹੀਂ ਕੀਤਾ। ਦੱਸੋ ਜੇ ਫਰਜ਼ ਕਰੋ ਉਹਨਾਂ ਦੀ ਮਨਸ਼ਾ ਹੁੰਦੀ ਉਹਨਾਂ ਨੂੰ ਵੀ ਉਹਨੂੰ ਘੇਰਨਾ ਹੈ,
ਉਹ ਫਿਰ ਉਹਦਾ ਪਜਾਮਾ ਚੱਜ ਨਾਲ ਲਾਉਂਦੇ, ਲਾ ਕੇ ਉਹਨੂੰ ਗੱਡੀ ਤੇ ਚੜਾਉਂਦੇ, ਗੱਡੀ 'ਚ ਜਾ ਕੇ ਗੇੜਾ ਫਿਰਦੇ। ਉਹ ਨਹੀਂ ਪਰ ਉਹਨੂੰ ਸੋਚਣਾ ਚਾਹੀਦਾ ਉਹਦਾ ਪਰਿਵਾਰ ਕੀ ਕਹੂਗਾ। ਤੁਸੀਂ ਦੱਸੋ ਵੀ ਇੱਕ ਐਡਾ ਸਿਆਣਾ ਬੰਦਾ ਹੋਵੇ, ਉਹ ਥੱਲੇ ਅੰਡਰ ਵੀ ਇਹ ਨਾ ਪਾਵੇ ਤੇ ਲਾਸਟਿਕ ਹੀ ਪਾ ਲਵੇ, ਉਹੀ ਖਿੱਚਦਾ ਤੁਸੀਂ ਕਰੋ ਮੇਰਾ ਵੀ ਲੈ ਸਕਦਾ। ਤਾਂ ਇਸ ਕਰਕੇ ਉਹਦਾ ਕਿਸੇ ਨੇ ਲਾਇਆ ਨਹੀਂ, ਉਹ ਕਿਤੇ ਉਹੀ ਲੈ ਗਿਆ। ਉਹਨੂੰ ਅੱਗੇ ਤੋਂ ਪਤਾ ਕੀ ਚਾਹੀਦਾ, ਉਹਨੂੰ ਤਾਂ ਐਡੀ ਸ਼ਰਮ ਆਉਣੀ ਚਾਹੀਦੀ ਆ। ਹੁਣ ਦੱਸੋ ਜੀ ਉਹਦੀ ਧਰਮ ਪਤਨੀ, ਉਹਦੇ ਬੱਚੇ ਕੀ ਕਹਿਣਗੇ ਕਿ ਸਾਡਾ ਪਤੀ ਇਹ ਨਾਲਾ ਹੀ ਨਹੀਂ ਪਾਉਂਦਾ, ਇਹ ਲਾਸਟਿਕ ਹੀ ਪਾਈ ਫਿਰਦਾ ਹੈ। ਇਸ ਕਰਕੇ ਉਹਨੂੰ ਅੱਗੇ ਤੋਂ ਨਾ ਚੰਗੀ ਤਰ੍ਹਾਂ ਨਾਲਾ ਨੂਲਾ ਬੰਨ੍ਹ ਕੇ ਰੱਖਣਾ ਚਾਹੀਦਾ। ਸਾਡੀ ਕੋਈ ਮਨਸ਼ਾ ਨਹੀਂ ਸੀ ਉਹਦੀ ਲੈਣ ਦੀ, ਇਸ ਕਰਕੇ ਉਹ ਆਪਦੀ ਪੀੜ੍ਹੀ ਥੱਲੇ ਸੋਟਾ ਫਿਰੇ ਸਾਨੂੰ ਨਾ, ਤੇ ਨਜਾਇਜ਼ ਜਿਹੜੇ ਪਰਚੇ ਤੁਰੰਤ ਰੱਦ ਕਰੇ। ਕਿਤੇ ਮੈਂ ਹੋਰ ਬੀਜੇਪੀ ਵਾਲਿਆਂ ਨੂੰ ਕਹਿਣਾ, ਭਾਈ ਤੁਸੀਂ ਲਾਸਟਿਕ ਸਾਰੇ ਲਾ ਕੇ ਨਾ ਚੰਗੇ ਬਟਨ ਲਾ ਕੇ ਰੱਖਿਆ ਕਰੋ, ਸਾਰੇ ਬੀਜੇਪੀ ਵਾਲਿਆਂ ਨੂੰ ਕਹਿਣਾ ਮੈਂ, ਕਿਉਂਕਿ ਵਿਰੋਧ ਤਾਂ ਹੋਣਾ। ਤੁਸੀਂ ਸਾਡਾ ਵਿਰੋਧ ਕਰਦੇ, ਅਸੀਂ ਤੁਹਾਡਾ ਵਿਰੋਧ ਕਰਾਂਗੇ। ਜੇ ਫੇਰ ਕਿਸੇ ਨੂੰ ਭਾਈ ਤੁਹਾਡਾ ਲਾਸਟਿਕ ਖਿੱਚਿਆ ਗਿਆ, ਫਿਰ ਤੁਸੀਂ ਕਿਤੇ ਨੰਗੇ ਹੋ, ਤੁਸੀਂ ਉਹਨੂੰ ਜਾਣ ਕੇ ਕੀਤੇ। ਇਸ ਕਰਕੇ ਦਰਜੀਆਂ ਨੂੰ ਵੀ ਮੈਂ ਕਹਿਣਾ ਵੀ ਚੱਜ ਨਾ ਕਰੇ ਬੀਜੇਪੀ ਵਾਲਿਆਂ ਦਾ ਇਹ ਪ੍ਰਬੰਧ ਕਰਨ ਤੇ ਇਹ ਚੰਗੇ ਨਾਲੇ ਪਾ ਕੇ ਰੱਖਿਆ ਕਰਨ। ਸਾਡੇ ਨਾਲ ਪ੍ਰੋਫੈਸਰ ਮਹਿੰਦਰਪਾਲ ਹੋਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਨੀਤੀ ਆਯੋਗ ਦਾ ਬਿਆਨ ਆਇਆ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਜਿਹੜੇ ਹੈਗੇ ਆ ਪੂਰਨ ਤੌਰ ਦੇ ਉੱਤੇ ਲਾਗੂ ਨਹੀਂ ਹੁੰਦੇ, ਕਿਸਾਨਾਂ ਦੀ ਜਿਹੜੀ ਆਮਦਨ ਹੈ ਦੁੱਗਣੀ ਨਹੀਂ ਕੀਤੀ ਜਾ ਸਕਦੀ। ਔਰ ਮੋਦੀ ਨੇ ਮਨ ਕੀ ਬਾਤ ਕੀਤੀ ਹੈ, ਉਹਦੇ ਵਿੱਚ ਵੀ ਦੁਬਾਰਾ ਤੋਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਜੀ। ਗੱਲ ਇਹ ਹੈ ਕਿ ਚਾਹੇ ਨੀਤੀ ਆਯੋਗ ਕਹੇ, ਜਿਹਨੂੰ ਪਲੈਨਿੰਗ ਕਮਿਸ਼ਨ ਕਹਿੰਦੇ ਨੇ, ਚਾਹੇ ਇੰਡੀਆ ਦਾ ਪ੍ਰਧਾਨ ਮੰਤਰੀ ਕਹੇ, ਇਹ WTO ਦੇ ਕਾਨੂੰਨਾਂ ਤਹਿਤ ਸਾਰੇ ਸੰਸਾਰ ਦਾ ਕਾਰਪੋਰੇਟ ਜਗਤ ਜਿਹੜਾ ਹੈ ਉਹ ਇਕੱਤਰ ਹੋ ਗਿਆ। ਤੇ ਆਮ ਮਨੁੱਖ, ਜਿਵੇਂ ਸਾਨੂੰ ਇੱਥੇ ਕਿਸਾਨੀ ਦਾ ਫਿਕਰ ਹੈ, ਕਿਸੇ ਹੋਰ ਨੂੰ ਛੋਟੇ ਦੁਕਾਨਦਾਰ ਦਾ ਫਿਕਰ ਹੈ, ਇਹ ਸਾਰਾ ਵਪਾਰ ਜਿਹੜਾ ਹੈ ਉਹ ਕੁਝ ਕੁ ਲੋਕਾਂ ਦੇ ਹੱਥਾਂ 'ਚ ਜਾਣ ਦੀ ਅੱਗੇ ਭਵਿੱਖ ਵਿੱਚ ਗੱਲ ਚੱਲ ਰਹੀ ਹੈ। ਉਸ ਕਰਕੇ ਨੀਤੀ ਆਯੋਗ ਆਪਣੇ ਆਪ 'ਚ ਕੋਈ ਅਥਾਰਟੀ ਨਹੀਂ ਹੈ। ਇੱਥੇ ਤਾਂ ਇੰਨਾ ਦੁੱਖ ਦੀ ਗੱਲ ਹੈ ਕਿ ਇੱਥੇ ਸੁਪਰੀਮ ਕੋਰਟ ਵੀ ਅਥਾਰਟੀ ਨਹੀਂ ਹੈ। ਇੱਥੇ ਗਗੋਈ ਸਾਹਿਬ ਰਾਮ ਮੰਦਿਰ ਦਾ ਫੈਸਲਾ ਦੇਣ ਤੋਂ ਦੂਜੇ ਦਿਨ ਹੀ BJP ਦੇ MP ਬਣ ਜਾਂਦੇ ਨੇ। ਸੋ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਨੀਤੀ ਆਯੋਗ ਕਹਿੰਦੀ ਹੈ, ਜੋ ਮੋਦੀ ਹਕੂਮਤ ਕਹੂਗੀ ਉਹੀ ਨੀਤੀ ਆਯੋਗ ਕਹੂਗਾ, ਉਹੀ ਸੁਪਰੀਮ ਕੋਰਟ ਕਹੇਗੀ, ਔਰ ਦੁੱਖ ਦੀ ਗੱਲ ਹੈ ਕਿ ਉਹੀ ਇਲੈਕਸ਼ਨ ਕਮਿਸ਼ਨ ਵੀ ਕਹੂਗਾ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਦੇਸ਼ ਦੇ ਵਿੱਚ ਹੁਣ ਤਾਨਾਸ਼ਾਹ ਤੋਂ ਬਿਨਾਂ ਰਾਜ ਚੱਲੇਗਾ। ਜਿਵੇਂ ਅਸੀਂ ਉੱਠ ਕੇ ਮੁਕਾਬਲਾ ਕਰ ਰਹੇ ਹਾਂ, ਜਿਵੇਂ ਕਿਸਾਨਾਂ ਨੇ, ਸਾਰੇ ਇੰਡੀਆ ਦੇ ਕਿਸਾਨਾਂ ਨੇ ਦਿੱਲੀ ਨੂੰ ਘੇਰਿਆ ਹੋਇਆ ਹੈ, ਇਹੀ ਇੱਕ ਤਰੀਕਾ ਬਚਿਆ ਹੈ ਵੀ ਜਾਂ ਤਾਂ ਜਮੀ ਸਾਰੇ ਮਰ ਜਾਈਏ ਜਾਂ ਫਿਰ ਆਜ਼ਾਦੀ ਨਾਲ ਜੀ ਸਕੀਏ, ਹੋਰ ਤਾਂ ਕੋਈ ਤਰੀਕਾ ਮੈਨੂੰ ਦਿਸਦਾ ਨਹੀਂ। ਮੋਦੀ ਸਾਹਿਬ ਬੰਗਲਾਦੇਸ਼ ਦੀ ਫੇਰੀ ਦੇ ਉੱਤੇ ਗਏ ਸੀ, ਹੁਣ ਤੱਕ ਕੋਈ 10 ਕਹਿ ਰਿਹਾ ਹੈ, ਕੋਈ 7 ਕਹਿ ਰਿਹਾ ਹੈ, ਕੋਈ 12 ਕਹਿ ਰਿਹਾ ਹੈ, ਉੱਥੇ ਮੌਤਾਂ ਹੋ ਚੁੱਕੀਆਂ ਨੇ, ਕੀ ਕਹਿੰਦੇ ਹੋ? ਗੱਲ ਇਹ ਹੈ ਕਿ ਜਿਸ ਤਰ੍ਹਾਂ ਮੁਸਲਮਾਨਾਂ ਦਾ ਘਾਣ ਕਾਂਗਰਸ ਨੇ ਤੇ ਖਾਸ ਕਰ BJP ਨੇ ਗੁਜਰਾਤ ਦੇ ਵਿੱਚ ਕੀਤਾ ਹੈ, ਉਸ ਤੋਂ ਸਾਰਾ ਦੁਨੀਆ ਭਰ ਦਾ ਮੁਸਲਿਮ ਜਗਤ ਜਿਹੜਾ ਹੈ ਉਹ ਨਾਰਾਜ਼ ਹੈ। ਤੇ ਬੰਗਲਾਦੇਸ਼ ਦੇ ਬਾਰੇ ਤਾਂ ਹਿੰਦੁਸਤਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਕੱਲ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੁਕਤੀ ਬਾਨੀ ਬਣਵਾ ਕੇ ਤੇ ਬੰਗਲਾਦੇਸ਼ ਨੂੰ ਪਾਕਿਸਤਾਨ ਨਾਲੋਂ ਤੋੜਿਆ ਸੀ। ਅੱਜ ਉਹੀ ਬੰਗਲਾਦੇਸ਼ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਜਿਹੜੇ ਉੱਥੇ ਮਰੇ ਨੇ ਲੋਕ, ਅਸਲ ਵਿੱਚ ਤਾਂ ਉਹ ਇਹਦਾ ਵਿਰੋਧ ਕਰ ਰਹੇ ਸੀ ਕਿ ਤੂੰ ਸਾਡੇ ਦੇਸ਼ ਬਿਲਕੁਲ ਤੂੰ ਐਂਟਰ ਨਾ ਕਰ। ਜਿਵੇਂ ਇੱਥੇ BJP ਵਾਲਿਆਂ ਨੂੰ ਨੰਗਾ ਕੀਤਾ ਗਿਆ ਹੈ, ਉਹੀ ਤਰੀਕਾ ਸੀ ਜੇ ਥੋੜਾ ਜਿਹਾ ਹੋਰ ਲੋਕਾਂ ਦੇ ਨੇੜੇ ਹੋ ਜਾਂਦਾ ਮੋਦੀ ਬੰਗਲਾਦੇਸ਼ 'ਚ, ਉਹ ਇਹਨੂੰ ਨੰਗਾ ਕਰ ਦਿੰਦੇ। ਮੋਦੀ ਸਾਹਿਬ ਤਾਂ ਕਹਿੰਦੇ ਵੀ ਮੈਂ ਜਿਹੜਾ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਉੱਥੇ ਜੇਲ੍ਹ ਵੀ ਕੱਟੀ ਹੈ ਜੀ। ਹਾਂ, ਉਹ ਮੈਨੂੰ ਲੱਗਦਾ ਵੀ ਜਿਵੇਂ ਮੁੰਡੇ ਹੁਣ ਫੇਸਬੁੱਕ ਤੇ ਲਿਖਦੇ ਨੇ, ਮੈਨੂੰ ਵੀ ਸੱਚ ਲੱਗਣ ਲੱਗ ਗਿਆ ਵੀ ਕੋਈ ਈਵੈਂਟ ਦੁਨੀਆ ਭਰ ਦਾ ਜਿੱਥੇ ਭਾਵੇਂ ਮੋਦੀ ਜੰਮਿਆ ਵੀ ਨਾ ਹੋਵੇ, ਜੇ ਉਸ ਈਵੈਂਟ ਦੀ ਗੱਲ ਵੀ ਚੱਲੂਗੀ ਤਾਂ ਮੋਦੀ ਨੂੰ ਲੱਗਦਾ ਹੈ ਕਿ ਮੈਂ ਕਹਾਂ ਵੀ ਮੈਂ ਉੱਥੇ ਵੀ, ਜਿਵੇਂ ਚੰਨ ਤੇ ਨੀਲ ਆਰਮਸਟਰੌਂਗ ਗਿਆ ਸੀ 1967 ਦੇ ਵਿੱਚ, ਤਾਂ ਕਈ ਲੋਕ ਲਿਖਦੇ ਨੇ, ਮੈਂ ਵੀ ਇਹ ਕਹਿਣਾ ਕਿ ਮੋਦੀ ਅਗਲੇ ਵਾਰੀ ਇਹ ਨਾ ਕਹਿ ਦੇਵੇ ਵੀ ਮੇਰੀ ਚਾਹ ਦੀ ਦੁਕਾਨ ਉੱਥੇ ਪਹਿਲਾਂ ਸੀ, ਵੀ ਚੰਨ ਤੇ ਪਹਿਲਾਂ ਚਲਾ ਗਿਆ ਸੀ। ਅੱਛਾ, ਹੁਣ ਸੋ ਇਸ ਤਰ੍ਹਾਂ ਦਾ ਜਿਹੜੀ ਸ਼ਖਸੀਅਤ ਹੈ ਨਾ, ਉਹ ਦੇਸ਼ ਦਾ ਨਾਮ ਹੀ ਨੀਵਾਂ ਕਰ ਰਿਹਾ ਹੈ ਤੇ ਦੇਸ਼ ਨੂੰ ਵੀ ਨੀਵਾਂ ਕਰ ਰਿਹਾ ਹੈ, ਆਰਥਿਕ ਤੌਰ ਤੇ ਲੁੱਟ ਕਰ ਰਿਹਾ ਹੈ। ਹਾਂਜੀ, ਤੁਸੀਂ ਕੀ ਪੁੱਛ ਰਹੇ ਸੀ? ਮੈਂ ਕਹਿ ਰਿਹਾ ਸੀਗਾ ਕਿ ਹੁਣ ਵੋਟਾਂ ਆਉਣੀਆਂ ਨੇ, ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ, ਫਿਰ ਤੋਂ ਲੋਕਾਂ ਦੇ ਅੰਦਰ ਜਾਣਗੇ, ਲੋਕਾਂ ਦੇ ਘਰਾਂ ਤੱਕ ਜਾਣਗੇ, ਵੋਟਾਂ ਮੰਗਣਗੇ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਪਾਰਟੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਹੈਗੀ ਹੈ ਜਿਹੜੀ ਕੋਈ ਕਿਸਾਨੀ ਮੁੱਦੇ ਦੇ ਉੱਤੇ ਕੋਈ ਨਾ ਕੋਈ ਹੱਲ ਕੱਢ ਸਕੇ? ਦੇਖੋ, ਜਿਹੜਾ ਝੂਠ ਹੁੰਦਾ ਨਾ ਉਹ ਇੱਕ ਜਾਂ ਦੋ ਵਾਰ ਚੱਲਦਾ ਹੁੰਦਾ ਹੈ ਜੀ, ਪਰ ਬਦਕਿਸਮਤੀ ਹੈ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਫਿਰ ਵੋਟਾਂ ਪਾਈਆਂ ਜਿਹੜੇ ਬਾਰ-ਬਾਰ ਝੂਠ ਬੋਲਦੇ ਨੇ, ਬਾਰ-ਬਾਰ ਰਾਜ ਕਰਦੇ ਨੇ। ਗੱਲ ਇਹ ਹੈ ਕਿ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਨਿਰਪੱਖ ਤੌਰ ਤੇ ਦੇਖਦਾ ਕਿ 35-36 ਸਾਲ ਹੋ ਗਏ ਉਹਨੇ ਆਪਣੀ ਜ਼ੁਬਾਨ ਨਹੀਂ ਬਦਲੀ, ਜੋ ਕਿਹਾ ਉਹ ਕੀਤਾ ਹੈ।
ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਇਹਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ ਕ੍ਰੈਡੀਬਿਲਟੀ ਹੈ ਉਹਨਾਂ ਦੀ ਕਿ ਜੇਕਰ ਤੁਸੀਂ ਕਿਸੇ ਸਟੈਂਡਰਡ ਕੰਪਨੀ ਦਾ ਜੁੱਤਾ ਲੈਂਦੇ ਹੋ, ਬੂਟ ਲੈਂਦੇ ਹੋ, ਤਾਂ ਲੈਂਦੇ ਹੋ ਕਿ ਉਹਦੀ ਕ੍ਰੈਡੀਬਿਲਟੀ ਹੁੰਦੀ ਹੈ, ਤੁਹਾਨੂੰ ਪਤਾ ਹੁੰਦਾ ਕਿ ਇਸ ਤੇ ਲਾਏ ਪੈਸੇ ਜਿਹੜੇ ਨੇ ਉਹ ਕੰਮ ਆਉਣਗੇ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਇਲੈਕਸ਼ਨ 'ਚ ਕਹਿੰਦੇ ਨੇ ਕਿ ਮੈਂ ਤੁਹਾਡੇ ਜਿਹੜੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਤੇ ਛੋਟੇ ਵਪਾਰੀਆਂ ਦੇ ਜਿਹੜੇ ਕਰਜ਼ੇ ਨੇ ਉਹਨਾਂ ਤੇ ਲੈਣ ਫੇਰ ਦਾਂਗਾ, ਤਾਂ ਉਹਦੀ ਇਹ ਗੱਲ ਵੀ ਮੰਨੋ, ਕਿਉਂਕਿ ਜੇ ਉਹਨਾਂ ਨੇ ਕਹਿਤਾ ਤੇ ਜੇ ਦੂਜੇ ਪਾਸੇ ਉਹ ਖਾਲਿਸਤਾਨ ਦੇ ਪ੍ਰਤੀ ਬਿਲਕੁਲ ਨਹੀਂ ਝੁਕੇ, ਉਹ ਜੋ ਅੱਜ ਬੋਲਣਗੇ ਜਾਂ ਬੋਲਦੇ ਨੇ ਹਰ ਇਲੈਕਸ਼ਨ ਦੇ ਵਿੱਚ, ਉਹ ਉਹਦੇ ਤੋਂ ਵੀ ਕਦੇ ਵੀ ਮੁਕਰਨਗੇ ਨਹੀਂ। ਸੋ ਇਹੋ ਜਿਹੇ ਲੀਡਰ ਜਿਹੜੇ ਹੈਗੇ ਉਹਨਾਂ ਨੂੰ ਜਦ ਤੱਕ ਮਾਨਤਾ ਨਹੀਂ ਦਿੰਦੀ ਪੰਜਾਬ ਦੀ ਜਨਤਾ, ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦੇ, ਕਿਸਾਨ ਹੋਣ, ਦੁਕਾਨਦਾਰ ਹੋਣ, ਨੌਕਰੀ ਪੇਸ਼ਾ ਹੋਣ, ਕਿਰਤੀ ਹੋਣ, ਮਜ਼ਦੂਰ ਹੋਣ, ਉਨੀ ਦੇਰ ਤੱਕ ਪੰਜਾਬ ਦਾ ਜਿਹੜਾ ਭਵਿੱਖ ਹੈ ਨਾ ਉਹ ਸੁਰੱਖਿਅਤ ਨਹੀਂ ਹੋ ਸਕਦਾ। ਬਹੁਤ ਬਹੁਤ ਧੰਨਵਾਦ ਜੀ। ਲਗਾਤਾਰ ਤੁਹਾਡੇ ਵੱਲੋਂ ਵੀ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਔਰ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਲੱਗੀਆਂ ਹੋਈਆਂ, ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦੀ ਨੀਅਤ ਕੀ ਹੈ? ਸਰਕਾਰ ਦੀ ਨੀਤ ਬਹੁਤ ਮਾੜੀ ਹੈ ਜੀ, ਬਹੁਤ ਜਾਬਰ ਹੈ, ਹਿਟਲਰਸ਼ਾਹੀ ਹੈ। ਜੇ ਉਹਦੀ ਨੀਤ ਚੰਗੀ ਹੁੰਦੀ ਤਾਂ ਜਿਹੜੇ 3 ਕਾਲੇ ਕਾਨੂੰਨ ਨਾ ਯੂਪੀ ਦੇ ਕਿਸਾਨ ਨੇ, ਨਾ ਬਿਹਾਰ ਦੇ, ਨਾ ਪੰਜਾਬ ਦੇ ਮੰਗੇ ਹੀ ਨਹੀਂ ਸੀ। ਜਿਹੜੀ ਚੀਜ਼ ਮੰਗੀ ਨਹੀਂ ਉਹ ਸਾਨੂੰ ਦੇਤੀ 3 ਕਾਲੇ ਕਾਨੂੰਨ। ਅਸੀਂ ਤਾਂ ਮੰਗਿਆ ਸੀ ਡਾਕਟਰ ਸਵਾਮੀਨਾਥਨ ਕਮਿਸ਼ਨ, ਇਹਦੇ ਨਾਲ ਡਾਕਟਰ ਸਵਾਮੀਨਾਥਨ ਕਮਿਸ਼ਨ ਦਾ ਆਰਥਿਕ ਤੌਰ ਤੇ ਕਤਲ ਕਰ ਦਿੱਤਾ ਤੇ ਕਿਸਾਨ ਮਜ਼ਦੂਰ ਤੇ ਛੋਟੇ ਆੜ੍ਹਤੀਏ ਨੂੰ ਬਿਲਕੁਲ ਉਹਦਾ ਕਚੂੰਬਰ ਕੱਢ ਕੇ ਰੱਖ ਦਿੱਤਾ। ਸਰਕਾਰ ਦੀ ਨੀਤ ਬਹੁਤ ਮਾੜੀ ਹੈ ਤੇ ਨੀਤ ਸਾਰੇ ਕਿਸਾਨਾਂ ਦੀ ਸਾਫ਼ ਹੈ। ਜਿਹੜੀ ਸਾਫ਼ ਨੀਤ ਦਾ ਤੇ ਮਾੜੀ ਨੀਤ ਦਾ ਜਦੋਂ ਮੁਕਾਬਲਾ ਹੋਵੇ, ਜਿੱਤ ਦਾ ਤਾਂ ਸਾਫ਼ ਨੀਤ ਵਾਲਾ ਹੀ ਹੁੰਦਾ ਹੈ। ਜਿੱਤਾਂਗੇ ਜ਼ਰੂਰ। ਮੋਦੀ ਸਰਕਾਰ ਪੂਰੇ ਵਰਲਡ ਦੇ ਵਿੱਚ ਇੱਕ ਝੂਠ ਬੋਲ ਰਿਹਾ ਕਿ ਇਹ ਜਿਹੜੀ ਖੁੱਲੀ ਮੰਡੀ ਹੈ ਇਹਦੇ ਲਈ ਬੜਾ ਨਜ਼ਾਰਾ ਹੈ। ਕਹਿੰਦੇ ਖੁੱਲੀ ਮੰਡੀ ਕਰ ਦੂੰ, ਜਿੱਥੇ ਮਰਜ਼ੀ ਵੇਚੋ। ਮੋਦੀ ਝੂਠ ਬੋਲਦਾ, ਖੁੱਲੀ ਤਾਂ ਪਹਿਲਾਂ ਹੀ ਆ, ਪਹਿਲਾਂ ਕਿਸਾਨ ਜਿੱਥੇ ਮਰਜ਼ੀ ਵੇਚ ਸਕਦਾ। ਉਹ ਕਹਿੰਦਾ ਐਮਐਸਪੀ ਤਾਂ ਪਹਿਲਾਂ ਹੀ ਹੈਗੀ ਆ, ਪਰ ਇਹਦੀ ਐਮਐਸਪੀ ਦਾ ਜਨਾਜ਼ਾ ਨਿਕਲਿਆ ਪਿਆ। ਝੋਨੇ ਦਾ ਰੇਟ 1868 ਵਿਕ ਰਿਹਾ 900 ਨੂੰ ਯੂਪੀ 'ਚ, ਤੇ ਨਰਮੇ ਦਾ ਰੇਟ 5515 ਵਿਕ ਰਿਹਾ, ਕਿਸੇ 3800 ਕਿਸੇ 4500 ਦਾ ਜਨਾਜ਼ਾ ਨਿਕਲਿਆ ਪਿਆ। ਆਪਣੇ ਉੜਦ ਦਾ ਰੇਟ 7800 ਰੁਪਈਆ ਤੇ ਵਿਕ ਰਿਹਾ 3800 ਰੁਪਈਆ। ਮੋਦੀ ਜਵਾਬ ਦੇਵੇ ਕਿਉਂ ਵਿਕ ਰਿਹਾ। ਮੱਕੀ ਦਾ ਰੇਟ 1439 ਹੈ, ਪੰਜਾਬ 'ਚ 800, ਬਿਹਾਰ 600, ਯੂਪੀ 'ਚ 700, ਇਹਦਾ ਜਨਾਜ਼ਾ ਨਿਕਲਿਆ ਪਿਆ। ਬਾਜਰੇ ਦੇ ਰੇਟ 2150 ਤੇ ਵਿਕ ਰਿਹਾ 1150। ਦੂਜੇ ਪਾਸੇ ਕਹਿੰਦਾ ਮੈਂ ਕੰਟਰੈਕਟ ਫਾਰਮਿੰਗ ਕੀ ਹੈ? ਹੂ ਇਜ਼ ਕੰਟਰੈਕਟ ਫਾਰਮਿੰਗ? ਇਹ ਕੀ ਚੀਜ਼ ਆ? ਕੀ ਬੁਲਾਇਆ ਕਿ ਮੈਂ ਤੁਹਾਡੀ ਜ਼ਮੀਨ ਠੇਕੇ ਤੇ ਦੇਣੀ ਹੈ? ਕਿਹਦੇ ਨਾਲ ਕੋਲੈਬੋਰੇਸ਼ਨ ਤੁਸੀਂ ਕਰੋਗੇ? ਹੁਣ ਤੁਸੀਂ ਦੱਸੋ। ਅੱਜ ਤੱਕ ਕਿਸਾਨ ਨੇ ਕਿਹਾ ਸੱਪਾਂ ਦੀਆਂ ਸਿਰੀਆਂ ਸੀ ਮੱਧੀਆਂ। ਸਾਡੀਆਂ ਬੀਬੀਆਂ ਨੇ ਰੋਟੀ ਭੱਤਾ ਲੈ ਕੇ ਜਾਂਦੇ ਰਹੀਆਂ, ਬਾਰਡਰਾਂ ਤੇ ਗਈਆਂ, ਕਸ਼ਮੀਰ 'ਚ ਗਈਆਂ, ਜਿੱਥੇ ਅਸੀਂ ਗਏ। ਮੋਦੀ ਨੇ 60,000 ਸਿੱਖ ਕਿਸਾਨਾਂ ਦਾ ਜਾੜਾ ਕਰਤਾ। ਉਹ ਕਹਿੰਦਾ ਕੰਟਰੈਕਟ ਫਾਰਮ, ਤੁਸੀਂ ਜ਼ਮੀਨ ਠੇਕੇ ਤੇ ਦੇਣੀ ਹੈ। ਇਹਦਾ ਮਤਲਬ ਅਬਾਨੀ ਨੂੰ ਤੁਹਾਡੀ ਜ਼ਮੀਨਾਂ 'ਚ ਲਾਉਣਾ। ਇਹ ਜ਼ਮੀਨ ਤੁਹਾਡੀ ਠੇਕੇ ਲੈ ਕੇ ਤੁਹਾਨੂੰ ਘੁਸਿਆਰਾ ਬਣਾਊਗਾ। ਜਿਵੇਂ ਮੇਰੇ ਪਿੰਡ ਦਾ ਕਾਨ ਸਿੰਗਲਾ 2700 ਕਿੱਲਾ ਹੈ, ਐਵਰੇਜ ਰੇਟ 50,000 ਹੈ ਤੇ 13.5 ਕਰੋੜ ਰੁਪਏ ਦਾ ਠੇਕਾ ਬਣੂਗਾ। ਅਦਾਨੀ ਮੰਨ ਲਓ, ਅਦਾਨੀ ਜਾਂ ਅੰਬਾਨੀ ਚੁੱਕ ਲੈ ਲੂਗਾ। ਮੈਨੂੰ ਮੈਨੇਜਰ, ਮੈਂ ਪੜ੍ਹਿਆ, ਮੇਰੀ ਮਾਂ ਨੂੰ ਨੌਕਰ ਰੱਖੂ, ਮੇਰੇ ਸਾਰਿਆਂ ਨੂੰ ਨੌਕਰ ਰੱਖੂ। ਆਹ ਬੇਜ਼ਮੀਨਾਂ ਜ਼ਮੀਨ ਦਾ ਮਾਲਕ ਬਣ ਜੂਗਾ। 13.5 ਕਰੋੜ ਰੁਪਏ ਲੈ ਕੇ ਭੱਜ ਗਿਆ, ਜਿਵੇਂ ਨੀਰਜ ਮੋਦੀ ਭੱਜ ਗਿਆ, ਡਾਲਮੀਆਂ ਭੱਜ ਗਿਆ ਤੇ ਦੂਸਰੇ ਭੱਜ ਗਏ ਆ 에ਅਰਗੋ ਵਾਲੇ, ਤੇ ਫਿਰ ਕੀ ਕਰੂਗਾ? ਇਸ ਕਰਕੇ ਦੂਜੇ ਪਾਸੇ ਮਜ਼ਦੂਰ ਦਾ ਵੀ ਕਚੂੰਬਰ ਕੱਢਤਾ। ਸਾਡੇ ਕੋਲੇ ਜਦੋਂ ਕਣਕ ਮਜ਼ਦੂਰ ਦੇ ਕਿਸਾਨ ਦੇ ਘਰੇ ਸਾਥੋਂ ਤਾਂ 19 ਰੁਪਏ ਲੈ ਲਈ, ਮਜ਼ਦੂਰ ਨੂੰ ਵੇਚੀ 30 ਰੁਪਏ। ਸਾਡੇ ਘਰੇ ਮੱਕੀ ਹੋਈ ਸਾਥੋਂ 8 ਰੁਪਏ ਲੈ ਲਈ, ਮਜ਼ਦੂਰ ਨੂੰ ਦਿੱਤੀ 80 ਰੁਪਏ। ਸਾਡੇ ਘਰੇ ਜਦੋਂ ਗੰਢੇ ਹੋ ਗਏ, ਗੰਢੇ ਸਾਥੋਂ 10 ਰੁਪਏ ਲੈ ਲਏ, ਮਜ਼ਦੂਰ ਨੂੰ 180 ਦਿੱਤੇ। ਸਾਡੇ ਘਰੇ ਆਲੂ ਹੋ ਗਏ ਤੇ 5 ਰੁਪਏ ਲੈ ਲਏ, ਮਜ਼ਦੂਰ ਨੂੰ 35 ਰੁਪਏ ਦਿੱਤੇ। ਸਾਡੇ ਘਰੇ ਟਮਾਟਰ 3 ਰੁਪਏ ਹੋਏ ਤੇ ਉਹਨਾਂ ਨੇ 45 ਲੈ ਲਏ। ਇਹ ਸਾਰਾ ਕਚੂੰਬਰ ਕੱਢਤਾ। ਛੋਟੇ ਦੁਕਾਨਦਾਰ ਕੀ ਈਜ਼ੀ ਡੇ ਖੋਲ੍ਹਤਾ, ਮੋਲ ਖੋਲ੍ਹਤਾ, ਆਧਾਰ ਖੋਲ੍ਹਤਾ, ਬਿੱਗ ਬਾਜ਼ਾਰ ਬੋਲ ਖੋਲ੍ਹਤਾ। ਇਹ ਸਾਰੇ ਮੈਟਰੋ ਖੋਲ੍ਹ ਕੇ ਛੋਟਾ ਦੁਕਾਨਦਾਰ ਵੀ ਠੋਕ ਦਿੱਤਾ। ਇਸ ਕਰਕੇ ਦੂਜੇ ਪਾਸੇ ਜਦੋਂ ਕਿਸਾਨਾਂ ਦੀਆਂ 12 ਵਾਰੀ ਮੀਟਿੰਗਾਂ ਨਾ ਗੱਲ ਸੁਣੀ ਤੇ ਫਿਰ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਚੱਲਾਂਗੇ। ਉੱਥੇ ਜਾ ਕੇ ਜੇ ਲੱਖ ਕਿਸਾਨ ਇਕੱਠੇ ਕਰਤੇ, ਜਥੇਬੰਦੀਆਂ ਨੇ ਕਹੇ ਤੇ ਜੇ ਉਹ ਕਿਸਾਨ ਉੱਥੇ ਹੀ ਬੈਠੇ ਰਹਿੰਦੇ, ਵਾਹਿਗੁਰੂ ਕਰੀ ਜਾਂਦੇ ਤੇ ਜਾਂ ਇੱਥੇ ਪਿੱਛੇ ਮੁੜ ਆਉਂਦੇ, ਦੁਨੀਆ 'ਚ ਕਹਿਣਾ ਸੀ ਇਹਨਾਂ ਦੇ ਪੱਲੇ ਕੀ ਆ। ਸਾਡੇ ਸਿੱਖ ਤੇ ਕਿਸਾਨ ਲਾਲ ਕਿਲੇ ਤੇ ਗਏ, ਮੈਂ ਪਹਿਲਾਂ ਗਿਆ ਸਭ ਤੋਂ। ਅਸੀਂ ਉੱਥੇ ਗਏ ਲਾਲ ਕਿਲੇ ਝੰਡਾ ਜਿਹੜਾ ਤਾਂ ਫਿਰ ਕੀ ਹੋ ਗਿਆ? ਝੰਡਾ ਤਾਂ ਗੁਰੂ ਦਾ, ਖਾਲਸੇ ਦਾ ਝੰਡਾ। ਇਸ ਕਰਕੇ ਮਾਨ ਸਾਹਿਬ ਨੇ ਕਿਹਾ ਜਿੰਨਾ ਚਿਰ ਇਹਨੂੰ ਰਿਹਾਅ ਨਹੀਂ ਕਰਦੇ ਉਹਨਾਂ ਚਿਰ ਗ੍ਰਿਫਤਾਰੀਆਂ ਦਾ ਸਿਲਸਿਲਾ ਹੈ। ਅਸੀਂ ਗ੍ਰਿਫਤਾਰੀਆਂ ਦਾ ਪਹਿਲਾ ਅਕਾਲ ਤਖਤ ਸਾਹਿਬ ਤੋਂ, ਦੂਜਾ ਜਥਾ ਸਾਡਾ ਦਮਦਮਾ ਸਾਹਿਬ ਤੋਂ, ਤੀਜਾ ਜਥਾ ਅਨੰਦਪੁਰ ਸਾਹਿਬ ਤੋਂ, ਚੌਥਾ ਜਥਾ ਫਤਿਹਗੜ੍ਹ ਸਾਹਿਬ ਤੋਂ, ਪੰਜਵਾਂ ਜਥਾ ਪਟਿਆਲਾ ਤੋਂ ਦੁਗਨਮਾਰ ਤੋਂ ਤੇ 6ਵਾਂ ਜਥਾ ਹਰਦੇਵ ਸਿੰਘ ਜੀ ਪੱਪੂ ਕਲਿਆਣ ਇਹਨਾਂ ਦੀ ਅਗਵਾਈ ਦੇ ਵਿੱਚ ਜਾ ਰਿਹਾ। ਸਰਦਾਰ ਗੁਰਵਿੰਦਰ ਸਿੰਘ ਜੀ, ਸੁਰਿੰਦਰ ਸਿੰਘ ਜੀ ਮੂਲੋਵਾਲ ਸਾਹਿਬ, ਸਰਦਾਰ ਨਰਿੰਦਰ ਸਿੰਘ ਜੀ ਕਾਲਾਬੂਲਾ, ਸਾਧੂ ਸਿੰਘ ਜੀ ਪੇਦਨੀ, ਅੰਮ੍ਰਿਤਸਰ ਬਾਦਸ਼ਾਹਪੁਰ ਇਹ ਜਾ ਰਿਹਾ। ਇਹ ਅੱਜ ਜਾਊਗਾ। ਜਾ ਕੇ ਸਵਾਗਤ ਬੜੇ ਥਾਂ ਤੇ ਹੋਇਆ, ਭਦੌੜ ਸਵਾਗਤ ਹੋਇਆ, ਸੈਣੇ ਸਵਾਗਤ ਹੋਇਆ, ਇੱਥੇ ਹੋਇਆ। ਅੱਗੇ ਵੀ ਇਹ ਜਥਾ ਜਾ ਕੇ ਜਾਊਗਾ ਨਾ ਰਕਾਬਗੰਜ,
ਉੱਥੇ ਹੁਕਮਨਾਮਾ ਲਊਗਾ, ਉੱਥੇ ਪਾਰਲੀਮੈਂਟ ਜਾ ਕੇ ਗੁਰਫਦਾਰੀ ਦੇ ਕੇ ਇਹ ਮੋਦੀ ਦੇ ਹਿੱਕ 'ਚ ਕਿੱਲ ਠੋਕੂਗਾ। ਅਸੀਂ ਜਿੱਤਾਂਗੇ ਜ਼ਰੂਰ, ਲਗਾਤਾਰ ਲੜਾਈ ਕੀ ਲੜਾਂਗੇ। ਲੱਗਦਾ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਵੀ ਗ੍ਰਿਫਤਾਰੀਆਂ ਦਿੱਤੀਆਂ ਜਾ ਰਹੀਆਂ ਔਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਬੀਤੇ ਦਿਨੀ ਭਾਰਤ ਬੰਦ ਦਾ ਜਿਹੜਾ ਕਾਲ ਦਿੱਤੀ ਗਈ ਸੀ, ਤੇ ਪਰ ਜਿਹੜਾ ਸਰਕਾਰ ਹੈ, ਸਰਕਾਰ ਦੀ ਕਿਤੇ ਨਾ ਕਿਤੇ ਨੀਅਤ ਇਸ ਤਰ੍ਹਾਂ ਦੀ ਹੈ ਕਿ ਹੁਣ ਵੀ ਜਿਵੇਂ ਆਪਾਂ ਦੇਖਿਆ ਕਿ ਮਲੋੜ ਦੇ ਵਿੱਚ ਇੱਕ ਭਾਜਪਾ ਆਗੂ ਦੀ ਕੁੱਟਮਾਰ ਹੋਈ ਹੈ, ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਜਿਹੜੇ ਉਹਦੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਆ। ਸਾਡੇ ਜੱਸੀ ਜੀ ਤੇ ਜੱਗੀ ਜੀ, ਜਿਹੜਾ ਹਰਜੀਤ ਹੈ, ਹਰਜੀਤ ਬੀਜੇਪੀ ਦਾ ਹੈ, ਰਾਜਪੁਰੇ ਤੋਂ ਐਮਐਲਏ ਲੜਿਆ, ਉਹ ਬੰਦੇ ਨੇ ਕਿਸਾਨਾਂ ਦੇ ਵਿਰੁੱਧ ਬੋਲਿਆ, ਟੀਵੀ ਤੇ ਡਿਬੇਟ ਕੀਤੀ, ਮੋਦੀ ਦਾ ਪੱਖ ਪੂਰਦਾ ਰਿਹਾ, ਝੂਠ ਬੋਲਦਾ ਰਿਹਾ, ਤੇ ਸਾਡੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸਾਰੇ ਬੰਦਿਆਂ ਨੇ ਜਦੋਂ ਘੇਰ ਲਿਆ ਤੇ ਉਹਦੇ ਤੇ ਪਰਚਾ ਦਰਜ ਕਰਤਾ। ਕੈਪਟਨ ਸਰਕਾਰ ਵੀ ਰਲੀ ਪਈ ਆ। ਦੂਜੇ ਪਾਸੇ ਜਦੋਂ ਸਾਡੇ ਕਿਸਾਨ 26 ਤੋਂ ਆਗੇ ਬੀਜੇਪੀ ਆਰਐਸਐਸ ਵਾਲਿਆਂ ਨੇ ਹਮਲਾ ਕਰਤਾ ਸਿੰਘੂ ਬਾਰਡਰ ਤੇ, ਸਾਡੇ ਨਿਹੰਗ ਸਿੰਘਾਂ ਨੇ ਉਹਨੂੰ ਰੋਕਿਆ, ਬਾਬਾ ਰਾਜਾ ਰਾਜ ਸਿੰਘ ਅਸੀਂ ਰੋਕਿਆ, ਠੱਲ ਪਾਈ, ਤੇ ਫਿਰ ਉਦੋਂ ਬੀਜੇਪੀ ਨਹੀਂ ਬੋਲਿਆ। ਉਦੋਂ ਬਾਅਦ ਅਸੀਂ ਸਾਰੇ ਬੀਜੇਪੀ ਦੇ ਪ੍ਰਧੂਨ ਸਾਰੇ ਇਹ ਕਿਸਾਨਾਂ ਦੇ ਉਲਟ ਬੋਲਿਆ। ਜਿਹੜਾ ਨਾਰੰਗ ਹੈ ਉਹ ਬੀਜੇਪੀ ਦਾ ਹਬੋਰ ਤੋਂ ਐਮਐਲਏ ਹੈ, ਵੋਟਾਂ ਪੰਜਾਬ ਦੀਆਂ ਲਈਆਂ, ਕਿਸਾਨਾਂ ਦੀਆਂ ਲਈਆਂ, ਕਿਸਾਨੀ ਸੋਚ ਦੀਆਂ ਲਈਆਂ, ਕਿਸਾਨੀ ਦੀਆਂ ਵੋਟਾਂ ਲੈ ਕੇ ਬੋਲਦਾ ਬੀਜੇਪੀ ਆਰਐਸਐਸ ਤੇ ਕਿਸਾਨ ਵਿਰੁੱਧ, ਤੇ ਫਿਰ ਕਹਿੰਦੇ ਆ ਜੀ ਵਿਰੋਧ ਕਰਤਾ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਇਹ ਵਿਰੋਧ ਕਰਦੇ ਆ, ਸਿਮਰਜੀਤ ਸਿੰਘ ਮਾਨ ਦਾ ਪੁਤਲਾ ਸਾੜਦੇ ਆ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਨੇ ਲੱਡੂ ਵੰਡੇ ਕੁੱਤਾ ਸਿੱਟਿਆ, ਉਦੋਂ ਬੀਜੇਪੀ ਵਾਲੇ ਉਦੋਂ ਨਹੀਂ ਸੀ ਪਤਾ ਲੱਗਦਾ ਵੀ ਅਸੀਂ ਕੀ ਕਰਨਾ, ਸਾਡੇ ਤੇ ਵੀ ਆਊਗੀ। ਹੁਣ ਜੇ ਸਾਡੇ ਕਿਸਾਨਾਂ ਨੂੰ ਕਹਿੰਦੇ, ਕਿਸੇ ਨੂੰ ਹਾਰਡ ਲਾਈਨ ਕਹਿੰਦੇ ਆ, ਕਿਸੇ ਨੂੰ ਖਾਲਤਕਾਨੀ ਕਹਿੰਦੇ ਆ, ਕਿਸੇ ਨੂੰ ਕੁਛ ਕਹਿੰਦੇ ਆ, ਫਿਰ ਕਹਿੰਦੇ ਜੀ ਸਾਡਾ ਉਹਨੂੰ ਘੇਰ ਲਿਆ। ਬਾਈ ਜੀ ਅਸੀਂ, ਮੈਂ ਤਾਂ ਕਹਿਣਾ ਹਜੇ ਤੁਸੀਂ ਇਹਨਾਂ ਘੇਰ ਲਿਆ, ਮੈਂ ਪੂਰੇ ਕਿਸਾਨ ਜਥੇਬੰਦੀਆਂ ਨੂੰ ਕਹਿਣਾ, ਜਿਹੜਾ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਗਲੀ ਦੇ ਪ੍ਰਧਾਨ, ਐਮਸੀ, ਜਿੰਨੇ ਐਮਪੀ ਨੂੰ ਸਾਰੇ ਨੂੰ ਘੇਰੋ, ਘੇਰ ਕੇ ਉਹਨੂੰ ਪੂਰਾ ਸਬਕ ਸਿਖਾਓ, ਕਾਲੀਆਂ ਝੰਡੀਆਂ ਵਿਖਾਓ। ਇਹ ਕਹਿੰਦੇ ਜੀ ਉਹਨੂੰ ਨੰਗਾ ਕਰਦਾ, ਨੰਗਾ ਨਹੀਂ ਕੀਤਾਗਾ, ਕਿੱਥੇ ਨੰਗਾ ਕੀਤਾ? ਉਹ ਜਦੋਂ ਖਿੱਚੋ ਤੁਸੀਂ ਉਹਦੇ ਨਾ ਲਾਸਟਿਕ ਜੀ ਪਾਈ ਸੀ, ਕਿਤੇ ਉਹ ਪਜਾਮਾ ਜਿਹਾ ਲੈ ਗਿਆ ਯਾਰ, ਐ ਨਹੀਂ, ਐ ਕੋਈ ਨਹੀਂ ਕੀਤਾ। ਦੱਸੋ ਜੇ ਫਰਜ਼ ਕਰੋ ਉਹਨਾਂ ਦੀ ਮਨਸ਼ਾ ਹੁੰਦੀ ਉਹਨਾਂ ਨੂੰ ਵੀ ਉਹਨੂੰ ਘੇਰਨਾ, ਉਹ ਫਿਰ ਉਹਦਾ ਪਜਾਮਾ ਚੱਜ ਨਾਲ ਲਾਉਂਦੇ, ਲਾ ਕੇ ਉਹਨੂੰ ਗੱਡੀ ਤੇ ਚੜਾਉਂਦੇ, ਗੱਡੀ 'ਚ ਜਾ ਕੇ ਗੇੜਾ ਫਿਰਦੇ। ਉਹ ਨਹੀਂ, ਪਰ ਉਹਨੂੰ ਸੋਚਣਾ ਚਾਹੀਦਾ ਉਹਦਾ ਪਰਿਵਾਰ ਕੀ ਕਹੂਗਾ। ਤੁਸੀਂ ਦੱਸੋ ਵੀ ਇੱਕ ਐਡਾ ਸਿਆਣਾ ਬੰਦਾ ਹੋਵੇ, ਉਹ ਥੱਲੇ ਅੰਡਰ ਵੀ ਇਹ ਨਾ ਪਾਵੇ ਤੇ ਲਾਸਟਿਕ ਹੀ ਪਾ ਲਵੇ, ਉਹੀ ਖਿੱਚਦਾ ਤੁਸੀਂ ਕਰੋ ਮੇਰਾ ਵੀ ਲੈ ਸਕਦਾ। ਤਾਂ ਇਸ ਕਰਕੇ ਉਹਦਾ ਕਿਸੇ ਨੇ ਲਾਇਆ ਨਹੀਂ, ਉਹ ਕਿਤੇ ਉਹੀ ਲੈ ਗਿਆ। ਉਹਨੂੰ ਅੱਗੇ ਤੋਂ ਪਤਾ ਕੀ ਚਾਹੀਦਾ, ਉਹਨੂੰ ਤਾਂ ਐਡੀ ਸ਼ਰਮ ਆਉਣੀ ਚਾਹੀਦੀ ਆ। ਹੁਣ ਦੱਸੋ ਜੀ ਉਹਦੀ ਧਰਮ ਪਤਨੀ, ਉਹਦੇ ਬੱਚੇ ਕੀ ਕਹਿਣਗੇ ਕਿ ਸਾਡਾ ਪਤੀ ਇਹ ਨਾਲਾ ਹੀ ਨਹੀਂ ਪਾਉਂਦਾ, ਇਹ ਲਾਸਟਿਕ ਹੀ ਪਾਈ ਫਿਰਦਾ ਹੈ। ਇਸ ਕਰਕੇ ਉਹਨੂੰ ਅੱਗੇ ਤੋਂ ਨਾ ਚੰਗੀ ਤਰ੍ਹਾਂ ਨਾਲਾ ਨੂਲਾ ਬੰਨ੍ਹ ਕੇ ਰੱਖਣਾ ਚਾਹੀਦਾ। ਸਾਡੀ ਕੋਈ ਮਨਸ਼ਾ ਨਹੀਂ ਸੀ ਉਹਦੀ ਲੈਣ ਦੀ, ਇਸ ਕਰਕੇ ਉਹ ਆਪਦੀ ਪੀੜ੍ਹੀ ਥੱਲੇ ਸੁੱਟਾ ਫਿਰੇ। ਸਾਨੂੰ ਨਾ ਤੇ ਨਜਾਇਜ਼ ਜਿਹੜੇ ਪਰਚੇ ਤੁਰੰਤ ਰੱਦ ਕਰੇ। ਕਿਤੇ ਮੈਂ ਹੋਰ ਬੀਜੇਪੀ ਵਾਲਿਆਂ ਨੂੰ ਕਹਿਣਾ, ਭਾਈ ਤੁਸੀਂ ਲਾਸਟਿਕ ਸਾਰੇ ਲਾ ਕੇ ਨਾ ਚੰਗੇ ਬਟਨ ਲਾ ਕੇ ਰੱਖਿਆ ਕਰੋ, ਸਾਰੇ ਬੀਜੇਪੀ ਵਾਲਿਆਂ ਨੂੰ ਕਹਿਣਾ ਮੈਂ, ਕਿਉਂਕਿ ਵਿਰੋਧ ਤਾਂ ਹੋਣਾ, ਤੁਸੀਂ ਸਾਡਾ ਵਿਰੋਧ ਕਰਦੇ ਆ, ਅਸੀਂ ਤੁਹਾਡਾ ਵਿਰੋਧ ਕਰਾਂਗੇ। ਜੇ ਫੇਰ ਕਿਸੇ ਨੂੰ ਭਾਈ ਤੁਹਾਡਾ ਲਾਸਟਿਕ ਖਿੱਚਿਆ ਗਿਆ, ਫਿਰ ਤੁਸੀਂ ਕਿਤੇ ਨੰਗੇ, ਤੁਸੀਂ ਕਹਿੰਦੇ ਜਾਣ ਕੇ ਕੀਤੇ। ਇਸ ਕਰਕੇ ਦਰਜੀਆਂ ਨੂੰ ਵੀ ਮੈਂ ਕਹਿਣਾ ਵੀ ਚੱਜ ਨਾ ਕਰੇ ਬੀਜੇਪੀ ਵਾਲਿਆਂ ਦਾ ਇਹ ਪ੍ਰਬੰਧ ਕਰਨ ਤੇ ਇਹ ਚੰਗੇ ਨਾਲੇ ਪਾ ਕੇ ਰੱਖਿਆ ਕਰਨ। ਸਾਡੇ ਨਾਲ ਪ੍ਰੋਫੈਸਰ ਮਹਿੰਦਰਪਾਲ ਹੋਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਰ, ਨੀਤੀ ਆਯੋਗ ਦਾ ਬਿਆਨ ਆਇਆ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਜਿਹੜੇ ਹੈਗੇ ਆ ਪੂਰਨ ਤੌਰ ਦੇ ਉੱਤੇ ਲਾਗੂ ਨਹੀਂ ਹੁੰਦੇ, ਕਿਸਾਨਾਂ ਦੀ ਜਿਹੜੀ ਆਮਦਨ ਹੈ ਦੁੱਗਣੀ ਨਹੀਂ ਕੀਤੀ ਜਾ ਸਕਦੀ। ਔਰ ਮੋਦੀ ਨੇ ਮਨ ਕੀ ਬਾਤ ਕੀਤੀ ਹੈ, ਉਹਦੇ ਵਿੱਚ ਵੀ ਦੁਬਾਰਾ ਤੋਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਜੀ। ਗੱਲ ਇਹ ਹੈ ਕਿ ਚਾਹੇ ਨੀਤੀ ਆਯੋਗ ਕਹੇ, ਜਿਹਨੂੰ ਪਲੈਨਿੰਗ ਕਮਿਸ਼ਨ ਕਹਿੰਦੇ ਨੇ, ਚਾਹੇ ਇੰਡੀਆ ਦਾ ਪ੍ਰਧਾਨ ਮੰਤਰੀ ਕਹੇ, ਇਹ WTO ਦੇ ਕਾਨੂੰਨਾਂ ਤਹਿਤ ਸਾਰੇ ਸੰਸਾਰ ਦਾ ਕਾਰਪੋਰੇਟ ਜਗਤ ਜਿਹੜਾ ਹੈ ਉਹ ਇਕੱਤਰ ਹੋ ਗਿਆ। ਤੇ ਆਮ ਮਨੁੱਖ, ਜਿਵੇਂ ਸਾਨੂੰ ਇੱਥੇ ਕਿਸਾਨੀ ਦਾ ਫਿਕਰ ਹੈ, ਕਿਸੇ ਹੋਰ ਨੂੰ ਛੋਟੇ ਦੁਕਾਨਦਾਰ ਦਾ ਫਿਕਰ ਹੈ, ਇਹ ਸਾਰਾ ਵਪਾਰ ਜਿਹੜਾ ਹੈ ਉਹ ਕੁਝ ਕੁ ਲੋਕਾਂ ਦੇ ਹੱਥਾਂ 'ਚ ਜਾਣ ਦੀ ਅੱਗੇ ਭਵਿੱਖ ਵਿੱਚ ਗੱਲ ਚੱਲ ਰਹੀ ਹੈ। ਉਸ ਕਰਕੇ ਨੀਤੀ ਆਯੋਗ ਆਪਣੇ ਆਪ 'ਚ ਕੋਈ ਅਥਾਰਟੀ ਨਹੀਂ ਹੈ। ਇੱਥੇ ਤਾਂ ਇੰਨਾ ਦੁੱਖ ਦੀ ਗੱਲ ਹੈ ਕਿ ਇੱਥੇ ਸੁਪਰੀਮ ਕੋਰਟ ਵੀ ਅਥਾਰਟੀ ਨਹੀਂ ਹੈ। ਇੱਥੇ ਗਗੋਈ ਸਾਹਿਬ ਰਾਮ ਮੰਦਿਰ ਦਾ ਫੈਸਲਾ ਦੇਣ ਤੋਂ ਦੂਜੇ ਦਿਨ ਹੀ ਬੀਜੇਪੀ ਦੇ MP ਬਣ ਜਾਂਦੇ ਨੇ। ਸੋ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਨੀਤੀ ਆਯੋਗ ਕਹਿੰਦੀ ਹੈ, ਜੋ ਮੋਦੀ ਹਕੂਮਤ ਕਹੂਗੀ ਉਹੀ ਨੀਤੀ ਆਯੋਗ ਕਹੂਗਾ, ਉਹੀ ਸੁਪਰੀਮ ਕੋਰਟ ਕਹੇਗੀ, ਔਰ ਦੁੱਖ ਦੀ ਗੱਲ ਹੈ ਕਿ ਉਹੀ ਇਲੈਕਸ਼ਨ ਕਮਿਸ਼ਨ ਵੀ ਕਹੂਗਾ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਦੇਸ਼ ਦੇ ਵਿੱਚ ਹੁਣ ਤਾਨਾਸ਼ਾਹ ਤੋਂ ਬਿਨਾਂ ਰਾਜ ਚੱਲੇਗਾ। ਜਿਵੇਂ ਅਸੀਂ ਉੱਠ ਕੇ ਮੁਕਾਬਲਾ ਕਰ ਰਹੇ ਹਾਂ, ਜਿਵੇਂ ਕਿਸਾਨਾਂ ਨੇ, ਸਾਰੇ ਇੰਡੀਆ ਦੇ ਕਿਸਾਨਾਂ ਨੇ ਦਿੱਲੀ ਨੂੰ ਘੇਰਿਆ ਹੋਇਆ ਹੈ, ਇਹੀ ਇੱਕ ਤਰੀਕਾ ਬਚਿਆ ਹੈ ਵੀ ਜਾਂ ਤਾਂ ਜਮੀ ਸਾਰੇ ਮਰ ਜਾਈਏ ਜਾਂ ਫਿਰ ਆਜ਼ਾਦੀ ਨਾਲ ਜੀ ਸਕੀਏ। ਹੋਰ ਤਾਂ ਕੋਈ ਤਰੀਕਾ ਮੈਨੂੰ ਦਿਸਦਾ ਨਹੀਂ। ਮੋਦੀ ਸਾਹਿਬ ਬੰਗਲਾਦੇਸ਼ ਦੀ ਫੇਰੀ ਦੇ ਉੱਤੇ ਗਏ ਸੀ, ਹੁਣ ਤੱਕ ਕੋਈ 10 ਕਹਿ ਰਿਹਾ, ਕੋਈ 7 ਕਹਿ ਰਿਹਾ, ਕੋਈ 12 ਕਹਿ ਰਿਹਾ, ਉੱਥੇ ਮੌਤਾਂ ਹੋ ਚੁੱਕੀਆਂ ਨੇ, ਕੀ ਕਹਿੰਦੇ ਹੋ? ਗੱਲ ਇਹ ਹੈ ਕਿ ਜਿਸ ਤਰ੍ਹਾਂ ਮੁਸਲਮਾਨਾਂ ਦਾ ਘਾਣ
ਕਾਂਗਰਸ ਨੇ ਤੇ ਖਾਸ ਕਰ ਬੀਜੇਪੀ ਨੇ ਗੁਜਰਾਤ ਦੇ ਵਿੱਚ ਕੀਤਾ ਹੈ, ਜੀ ਉਸ ਤੋਂ ਸਾਰਾ ਦੁਨੀਆ ਭਰ ਦਾ ਮੁਸਲਿਮ ਜਗਤ ਜਿਹੜਾ ਹੈ ਉਹ ਨਾਰਾਜ਼ ਹੈ। ਤੇ ਬੰਗਲਾਦੇਸ਼ ਦੇ ਬਾਰੇ ਤਾਂ ਹਿੰਦੁਸਤਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਕੱਲ ਇਹ ਉਹ ਲੋਕ ਨੇ ਜਿਨ੍ਹਾਂ ਨੇ ਮੁਕਤੀ ਬਾਨੀ ਬਣਵਾ ਕੇ ਤੇ ਬੰਗਲਾਦੇਸ਼ ਨੂੰ ਪਾਕਿਸਤਾਨ ਨਾਲੋਂ ਤੋੜਿਆ ਸੀ। ਅੱਜ ਉਹੀ ਬੰਗਲਾਦੇਸ਼ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਜਿਹੜੇ ਉੱਥੇ ਮਰੇ ਨੇ ਲੋਕ ਅਸਲ ਵਿੱਚ ਤਾਂ ਉਹ ਇਹਦਾ ਵਿਰੋਧ ਕਰ ਰਹੇ ਸੀ ਕਿ ਤੂੰ ਸਾਡੇ ਦੇਸ਼ ਬਿਲਕੁਲ ਤੂੰ ਐਂਟਰ ਨਾ ਕਰ, ਜਿਵੇਂ ਇੱਥੇ ਬੀਜੇਪੀ ਵਾਲਿਆਂ ਨੂੰ ਨੰਗਾ ਕੀਤਾ ਗਿਆ ਹੈ। ਉਹੀ ਤਰੀਕਾ ਸੀ ਜੇ ਥੋੜਾ ਜਿਹਾ ਹੋਰ ਲੋਕਾਂ ਦੇ ਨੇੜੇ ਹੋ ਜਾਂਦਾ ਮੋਦੀ ਬੰਗਲਾਦੇਸ਼ 'ਚ, ਉਹ ਇਹਨੂੰ ਨੰਗਾ ਕਰ ਦਿੰਦੇ। ਮੋਦੀ ਸਾਹਿਬ ਤਾਂ ਕਹਿੰਦੇ ਵੀ ਮੈਂ ਜਿਹੜਾ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ ਉੱਥੇ ਜੇਲ੍ਹ ਵੀ ਕੱਟੀ ਹੈ ਜੀ। ਹਾਂ, ਉਹ ਮੈਨੂੰ ਲੱਗਦਾ ਵੀ ਜਿਵੇਂ ਮੁੰਡੇ ਹੁਣ ਫੇਸਬੁੱਕ ਤੇ ਲਿਖਦੇ ਨੇ, ਮੈਨੂੰ ਵੀ ਸੱਚ ਲੱਗਣ ਲੱਗ ਗਿਆ ਵੀ ਕੋਈ ਈਵੈਂਟ ਦੁਨੀਆ ਭਰ ਦਾ ਜਿੱਥੇ ਭਾਵੇਂ ਮੋਦੀ ਜੰਮਿਆ ਵੀ ਨਾ ਹੋਵੇ, ਜੇ ਉਸ ਈਵੈਂਟ ਦੀ ਗੱਲ ਵੀ ਚੱਲੂਗੀ ਤਾਂ ਮੋਦੀ ਨੂੰ ਲੱਗਦਾ ਹੈ ਕਿ ਮੈਂ ਕਹਾਂ ਵੀ ਮੈਂ ਉੱਥੇ ਵੀ ਜਿਵੇਂ ਚੰਨ ਤੇ ਨੀਲ ਆਰਮਸਟਰੌਂਗ ਗਿਆ ਸੀ 1967 ਦੇ ਵਿੱਚ, ਤਾਂ ਕਈ ਲੋਕ ਲਿਖਦੇ ਨੇ, ਮੈਂ ਵੀ ਇਹ ਕਹਿਣਾ ਕਿ ਮੋਦੀ ਅਗਲੇ ਵਾਰੀ ਇਹ ਨਾ ਕਹਿ ਦੇਵੇ ਵੀ ਮੇਰੀ ਚਾਹ ਦੀ ਦੁਕਾਨ ਉੱਥੇ ਪਹਿਲਾਂ ਸੀ, ਵੀ ਚੰਨ ਤੇ ਪਹਿਲਾਂ ਚਲਾ ਗਿਆ ਸੀ। ਅੱਛਾ, ਹੁਣ ਸੋ ਇਸ ਤਰ੍ਹਾਂ ਦਾ ਜਿਹੜੀ ਸ਼ਖਸੀਅਤ ਹੈ ਨਾ, ਉਹ ਦੇਸ਼ ਦਾ ਨਾਮ ਹੀ ਨੀਵਾਂ ਕਰ ਰਿਹਾ ਹੈ ਤੇ ਦੇਸ਼ ਨੂੰ ਵੀ ਨੀਵਾਂ ਕਰ ਰਿਹਾ ਹੈ, ਆਰਥਿਕ ਤੌਰ ਤੇ ਲੁੱਟ ਕਰ ਰਿਹਾ ਹੈ। ਹਾਂਜੀ, ਤੁਸੀਂ ਕੀ ਪੁੱਛ ਰਹੇ ਸੀ? ਮੈਂ ਕਹਿ ਰਿਹਾ ਸੀਗਾ ਕਿ ਹੁਣ ਵੋਟਾਂ ਆਉਣੀਆਂ ਨੇ, ਅਕਾਲੀ ਦਲ ਹੈ, ਆਮ ਆਦਮੀ ਪਾਰਟੀ ਹੈ, ਕਾਂਗਰਸ ਹੈ, ਫਿਰ ਤੋਂ ਲੋਕਾਂ ਦੇ ਅੰਦਰ ਜਾਣਗੇ, ਲੋਕਾਂ ਦੇ ਘਰਾਂ ਤੱਕ ਜਾਣਗੇ, ਵੋਟਾਂ ਮੰਗਣਗੇ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਪਾਰਟੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਹੈਗੀ ਹੈ ਜਿਹੜੀ ਕੋਈ ਕਿਸਾਨੀ ਮੁੱਦੇ ਦੇ ਉੱਤੇ ਕੋਈ ਨਾ ਕੋਈ ਹੱਲ ਕੱਢ ਸਕੇ? ਦੇਖੋ, ਜਿਹੜਾ ਝੂਠ ਹੁੰਦਾ ਨਾ ਉਹ ਇੱਕ ਜਾਂ ਦੋ ਵਾਰ ਚੱਲਦਾ ਹੁੰਦਾ ਹੈ ਜੀ, ਪਰ ਬਦਕਿਸਮਤੀ ਹੈ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਫਿਰ ਵੋਟਾਂ ਪਾਈਆਂ ਜਿਹੜੇ ਬਾਰ-ਬਾਰ ਝੂਠ ਬੋਲਦੇ ਨੇ, ਬਾਰ-ਬਾਰ ਰਾਜ ਕਰਦੇ ਨੇ। ਗੱਲ ਇਹ ਹੈ ਕਿ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਨਿਰਪੱਖ ਤੌਰ ਤੇ ਦੇਖਦਾ ਕਿ 35-36 ਸਾਲ ਹੋ ਗਏ ਉਹਨੇ ਆਪਣੀ ਜ਼ੁਬਾਨ ਨਹੀਂ ਬਦਲੀ, ਜੋ ਕਿ ਹੈ ਉਹ ਕੀਤਾ ਹੈ ਜੀ। ਅਨੇਕਾਂ ਮੁਸ਼ਕਲਾਂ ਦੇ ਬਾਵਜੂਦ, ਇਹਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ ਕ੍ਰੈਡੀਬਿਲਿਟੀ ਉਹਨਾਂ ਦੀ, ਕਿ ਜੇਕਰ ਤੁਸੀਂ ਕਿਸੇ ਸਟੈਂਡਰਡ ਕੰਪਨੀ ਦਾ ਜੁੱਤਾ ਲੈਂਦੇ ਹੋ, ਬੂਟ ਲੈਂਦੇ ਹੋ, ਤਾਂ ਲੈਂਦੇ ਹੋ ਕਿ ਉਹਦੀ ਕ੍ਰੈਡੀਬਿਲਿਟੀ ਹੁੰਦੀ ਹੈ, ਤੁਹਾਨੂੰ ਪਤਾ ਹੁੰਦਾ ਹੈ ਕਿ ਇਸ 'ਤੇ ਲਾਏ ਪੈਸੇ ਜਿਹੜੇ ਨੇ ਉਹ ਕੰਮ ਆਉਣਗੇ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਇਲੈਕਸ਼ਨ 'ਚ ਕਹਿੰਦੇ ਨੇ ਕਿ ਮੈਂ ਤੁਹਾਡੇ ਜਿਹੜੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਤੇ ਛੋਟੇ ਵਪਾਰੀਆਂ ਦੇ ਜਿਹੜੇ ਕਰਜ਼ੇ ਨੇ ਉਹਨਾਂ 'ਤੇ ਲੈਣ ਫੇਰ ਦਾਂਗਾ, ਤਾਂ ਉਹਦੀ ਇਹ ਗੱਲ ਵੀ ਮੰਨੋ, ਕਿਉਂਕਿ ਜੇ ਉਹਨਾਂ ਨੇ ਕਹਿਤਾ ਤੇ ਜੇ ਦੂਜੇ ਪਾਸੇ ਉਹ ਖਾਲਿਸਤਾਨ ਦੇ ਪ੍ਰਤੀ ਬਿਲਕੁਲ ਨਹੀਂ ਝੁਕੇ, ਉਹ ਜੋ ਅੱਜ ਬੋਲਣਗੇ ਜਾਂ ਬੋਲਦੇ ਨੇ ਹਰ ਇਲੈਕਸ਼ਨ ਦੇ ਵਿੱਚ, ਉਹ ਉਹਦੇ ਤੋਂ ਵੀ ਕਦੇ ਵੀ ਮੁਕਰਨਗੇ ਨਹੀਂ। ਸੋ ਇਹੋ ਜਿਹੇ ਲੀਡਰ ਜਿਹੜੇ ਹੈਗੇ ਉਹਨਾਂ ਨੂੰ ਜਦ ਤੱਕ ਮਾਨਤਾ ਨਹੀਂ ਦਿੰਦੀ ਪੰਜਾਬ ਦੀ ਜਨਤਾ, ਚਾਹੇ ਉਹ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦੇ, ਕਿਸਾਨ ਹੋਣ, ਦੁਕਾਨਦਾਰ ਹੋਣ, ਨੌਕਰੀ ਪੇਸ਼ਾ ਹੋਣ, ਕਿਰਤੀ ਹੋਣ, ਮਜ਼ਦੂਰ ਹੋਣ, ਉਨੀ ਦੇਰ ਤੱਕ ਪੰਜਾਬ ਦਾ ਜਿਹੜਾ ਭਵਿੱਖ ਹੈ ਨਾ ਉਹ ਸੁਰੱਖਿਅਤ ਨਹੀਂ ਹੋ ਸਕਦਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ, ਔਰ ਅੱਜ 6ਵਾਂ ਜੱਥਾ ਦੀਨਾ ਕਾਂਗੜ ਦੀ ਧਰਤੀ ਤੋਂ ਗ੍ਰਿਫਤਾਰੀ ਦੇਣ ਦੇ ਲਈ ਦਿੱਲੀ ਵੱਲ ਨੂੰ ਰਵਾਨਾ ਹੋਇਆ ਹੈ, ਔਰ ਕਿਸਾਨੀ ਹੱਕਾਂ ਦੇ ਲਈ ਲਗਾਤਾਰ ਇਹਨਾਂ ਦਾ ਕਹਿਣਾ ਹੈ ਕਿ ਉਹ ਕਿਸਾਨੀ ਹੱਕਾਂ ਦੇ ਲਈ ਲਗਾਤਾਰ ਗ੍ਰਿਫਤਾਰੀਆਂ ਦਿੰਦੇ ਰਹਿਣਗੇ। ਔਰ ਪਰ ਕਿਤੇ ਨਾ ਕਿਤੇ ਜਦੋਂ ਆਪਾਂ ਮੋਦੀ ਸਰਕਾਰ ਦੀ ਕਿਤੇ ਨਾ ਕਿਤੇ ਉਹਨਾਂ ਦੇ ਲੀਡਰਾਂ ਦੀ ਬਿਆਨਬਾਜ਼ੀ ਨੂੰ ਦੇਖਦੇ ਹਾਂ ਤਾਂ ਉਹ ਤੋਂ ਕਿਤੇ ਨਾ ਕਿਤੇ ਸਾਫ਼ ਹੁੰਦਾ ਹੈ ਕਿ ਹਾਲੇ ਵੀ ਜਿਹੜੀ ਸਰਕਾਰ ਹੈ ਉਹ ਕਿਤੇ ਨਾ ਕਿਤੇ ਇਹ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਨਹੀਂ ਹੈ। ਕੈਮਰਾ ਪਰਸਨ ਜਸਵੀਰ ਹੇਰਾਂ ਦੇ ਨਾਲ ਸਨੀ ਸੁਜਾਪੁਰ।